ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਕਲਾਸ ਨੰਬਰ 6 ਲੈ ਕੇ ਆਏ ਹਾਂ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਸਿਟੀਜ਼ਨਸ਼ਿਪ, ਜੋ ਆਪਣੀ ਇੰਡੀਅਨ ਸਿਟੀਜ਼ਨਸ਼ਿਪ ਆ, ਠੀਕ ਆ, ਇਹਦਾ ਪਾਰਟ 2, ਆਪਣੇ ਸੰਵਿਧਾਨ ਦਾ ਪਾਰਟ 2, ਆਰਟੀਕਲ 5 ਤੋਂ ਲੈ ਕੇ 11 ਤੱਕ ਆਪਾਂ ਸਾਰਾ ਡਿਟੇਲ ਦੇ ਵਿੱਚ ਕਰਾਂਗੇ। ਠੀਕ ਆ ਜੀ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ CM ਸਾਹਿਬ ਨੇ ਅਜੇ ਕੱਲ੍ਹ ਅਨਾਊਂਸ ਕੀਤਾ ਹੈ ਕਿ 25,000 ਗੌਰਮੈਂਟ ਜੌਬਸ ਹੋਰ ਉਹ ਦੇ ਰਹੇ ਆ। ਠੀਕ ਹੈ ਜੀ। ਸੋ 1 ਮਹੀਨੇ ਦੇ ਅੰਦਰ ਅੰਦਰ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ, ਜਿਹਦੇ ਵਿੱਚ ਕਿ 10,000 ਪੋਸਟ ਤੁਹਾਨੂੰ ਮਿਲੇਗੀ ਪੁਲਿਸ ਦੇ ਵਿੱਚ। ਠੀਕ ਹੈ ਜੀ। 10,000 ਪੋਸਟ ਪੁਲਿਸ ਦੇ ਵਿੱਚ ਹੋਏਗੀ ਅਤੇ 15,000 ਪੋਸਟ ਬਾਕੀ ਡਿਪਾਰਟਮੈਂਟ, ਜੋ ਵੀ ਕੋਆਪਰੇਸ਼ਨ ਡਿਪਾਰਟਮੈਂਟ ਹੋ ਗਏ ਜਾਂ ਕੋਈ ਵੀ ਹੋ ਗਏ ਆਪਣੇ ਡਿਪਾਰਟਮੈਂਟ ਪੰਜਾਬ ਗੌਰਮੈਂਟ ਦੀ ਜੌਬ। ਠੀਕ ਹੈ। ਇਹ ਸਰਕਾਰੀ ਨੌਕਰੀਆਂ ਹੋਣਗੀਆਂ, ਜੋ ਵੀ ਹੋਣਗੀਆਂ ਉਹਨਾਂ ਦੇ ਕਹਿਣ ਦੇ ਮੁਤਾਬਕ। ਸੋ ਉਮੀਦ ਹੈ ਕਿ ਆਪਾਂ ਨੂੰ ਇਹ ਨੌਕਰੀਆਂ ਦੇ ਨੋਟੀਫਿਕੇਸ਼ਨ ਬਹੁਤ ਜਲਦੀ ਦੇਖਣ ਨੂੰ ਮਿਲਣਗੇ ਅਤੇ ਜਿਹੜੀਆਂ ਪੁਰਾਣੀਆਂ ਵੀ ਭਰਤੀਆਂ ਰੁਕੀਆਂ ਪਈਆਂ ਨੇ ਉਹ ਵੀ ਆਪਾਂ ਨੂੰ ਜਲਦੀ ਪੂਰੀਆਂ ਹੋਣ ਨੂੰ ਦੇਖਣੀਆਂ। ਠੀਕ ਹੈ ਜੀ। ਸੋ ਹੁਣ ਆਪਾਂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਅਨੁਛੇਦ 5। ਠੀਕ ਹੈ ਜੀ। ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਟੋਟਲ 7 ਆਰਟੀਕਲ ਨੇ। ਪਾਰਟ 2 ਦੇ ਵਿੱਚ ਸੰਵਿਧਾਨ ਦੇ ਪਾਰਟ 2 'ਚ ਜ਼ਿਕਰ ਹੈ ਇਹਦਾ। ਠੀਕ ਹੈ। ਆਰਟੀਕਲ 5 ਤੋਂ ਲੈ ਕੇ 11 ਤੱਕ ਆ। ਠੀਕ ਹੈ। ਨਾਗਰਿਕਤਾ। ਹੁਣ ਜੀ ਪਹਿਲਾਂ ਆ ਗਿਆ ਸਾਡੇ ਕੋਲ ਅਨੁਛੇਦ ਨੰਬਰ 5। ਪਹਿਲਾਂ 5 ਨੰਬਰ ਇਹਦੇ ਵਿੱਚ ਲਿਖਿਆ ਜੀ, ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀ, ਹੁਣ ਤੇ ਨਾਗਰਿਕਤਾ ਇੱਕ ਵਿਅਕਤੀ ਜਿਸ ਦਾ ਭਾਰਤ ਵਿੱਚ ਨਿਵਾਸ ਸੀ ਅਤੇ ਉਹਨੇ 3 ਸ਼ਰਤਾਂ ਪੂਰੀਆਂ ਕਰਨੀਆਂ ਸੀ, ਉਹ ਬੰਦੇ ਨੂੰ ਨਾਗਰਿਕਤਾ ਮਿਲੀ ਸੀ। ਠੀਕ ਹੈ ਜੀ। ਉਹ ਕਿਹੜੀਆਂ ਸੀਗੀਆਂ ਦੱਸਦਾ ਤੁਹਾਨੂੰ। ਜੇਕਰ ਉਹ ਭਾਰਤ 'ਚ ਪੈਦਾ ਹੋਇਆ, ਠੀਕ ਆ, ਬੋਰਨ ਉਹਦਾ ਆਪਣਾ ਇੰਡੀਆ ਦੇ ਵਿੱਚ ਹੋਇਆ। ਜੇਕਰ ਉਸਦੇ ਮਾਤਾ ਪਿਤਾ ਵਿੱਚੋਂ ਕੋਈ ਵੀ ਭਾਰਤ ਦੇ ਵਿੱਚ ਪੈਦਾ ਹੋਇਆ, ਠੀਕ ਆ, ਉਦੋਂ ਦੀ ਗੱਲ ਕਰਦੇ, ਇਹ 26 ਜਨਵਰੀ 1950 ਦੀ ਗੱਲ ਕਰਦੇ ਆ, ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਠੀਕ ਆ। ਜੇਕਰ ਉਹ ਸੰਵਿਧਾਨ ਦੇ ਲਾਗੂ ਹੋਣ ਤੋਂ ਤੁਰੰਤ ਪਹਿਲਾਂ, ਠੀਕ ਆ ਜੀ, 5 ਸਾਲਾਂ ਲਈ ਭਾਰਤ ਵਿੱਚ ਆਮ ਤੌਰ 'ਤੇ ਰਿਹਾ ਹੈ, ਉਹ ਭਾਰਤ ਦਾ ਨਾਗਰਿਕ ਬਣ ਗਿਆ ਹੈ। ਜਾਣੀ ਕਿ 26 ਜਨਵਰੀ 1950 ਲਾ ਲਓ ਤੁਸੀਂ, ਅਤੇ ਉਸ ਤੋਂ ਪਹਿਲਾਂ 5 ਸਾਲ ਪਹਿਲਾਂ, ਜਾਣੀ 26 ਜਨਵਰੀ 1945 ਤੋਂ ਭਾਰਤ ਦੇ ਵਿੱਚ ਰਹਿ ਰਿਹਾ ਵਾ, ਤਾਂ ਉਹ ਵੀ ਭਾਰਤ ਦਾ ਨਾਗਰਿਕ ਬਣ ਗਿਆ ਸੀ ਉਸ ਟਾਈਮ 'ਤੇ। ਸੋ ਆਰਟੀਕਲ 5 ਇਹ ਮੈਂ ਇੰਗਲਿਸ਼ ਦੇ ਵਿੱਚ ਵੀ ਨਾਲ ਦਿੱਤਾ ਹੋਇਆ, ਸੋ ਤੁਸੀਂ ਦੇਖ ਲੈਣਾ ਜੀ ਨੇ PDF ਦੇ ਵਿੱਚ। ਸੋ ਅਨੁਛੇਦ 6 ਆ ਗਿਆ। ਠੀਕ ਹੈ। 6 ਨੰਬਰ ਆਰਟੀਕਲ ਆ ਗਿਆ ਸਾਡਾ। ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ, ਇਹਦੇ ਵਿੱਚ ਉਹ ਕਹਿੰਦੇ ਆ ਜੀ, ਕੁਝ ਵਿਅਕਤੀ ਦੇ ਨਾਗਰਿਕਤਾ ਦੇ ਅਧਿਕਾਰ ਜੋ ਪਾਕਿਸਤਾਨ ਤੋਂ ਭਾਰਤ ਆਏ ਨੇ। ਉਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਸੀਗਾ ਜਦੋਂ ਵੰਡ ਹੋਈ ਸੀ 1947 ਦੇ ਵਿੱਚ ਵੰਡ ਹੋਈ ਸੀ, ਇੱਕ ਵਾਰ ਚਲੇ ਗਏ ਸੀਗੇ, ਬਟ ਕੁਝ ਵਿਅਕਤੀ ਸੀਗੇ ਜੋ ਕਿ ਆਪਣੇ ਕੁਝ ਨਿਵਾਸੀ ਸੀਗੇ ਜਿਹੜੇ ਆ ਦੇਖੋ ਪਾਕਿਸਤਾਨ ਤੋਂ ਭਾਰਤ ਵਿੱਚ ਪ੍ਰਵਾਸ ਕਰਨ ਵਾਲਾ ਵਿਅਕਤੀ ਭਾਰਤੀ ਨਾਗਰਿਕ ਬਣ ਜਾਂਦਾ ਹੈ ਜੇਕਰ ਉਹ ਜਾਂ ਉਹਦੇ ਮਾਤਾ ਪਿਤਾ ਜਾਂ ਉਸਦੇ ਦਾਦਾ ਦਾਦੀ ਵਿੱਚੋਂ ਕੋਈ ਵੀ ਅਣਵੰਡੇ ਭਾਰਤ ਦੇ ਵਿੱਚ, ਵੰਡਿਆ ਹੋਇਆ ਨਹੀਂ, 1947 ਤੋਂ ਪਹਿਲਾਂ ਦੀ ਗੱਲ ਕਰਦੇ ਆ, ਅਣਵੰਡੇ ਭਾਰਤ ਵਿੱਚ ਪੈਦਾ ਹੋਇਆ ਸੀ ਅਤੇ ਉਸਨੇ ਕਿਸੇ ਇੱਕ ਸ਼ਰਤ ਨੂੰ ਵੀ ਪੂਰਾ ਕਰਨਾ ਸੀ। ਠੀਕ ਹੈ ਜੀ। ਕਿਹੜੀਆਂ ਸ਼ਰਤਾਂ ਸੀ ਉਹ ਮੈਂ ਤੁਹਾਨੂੰ ਦੱਸਦਾ। ਜੇਕਰ ਉਹ ਜੁਲਾਈ 1948 ਤੋਂ ਪਹਿਲਾਂ ਭਾਰਤ ਵਿੱਚ ਪ੍ਰਵਾਸ ਕਰ ਗਿਆ ਸੀ, ਠੀਕ ਹੈ ਜੀ, ਪ੍ਰਵਾਸ ਕਰ ਗਿਆ ਸੀ, ਤਾਂ ਉਹ ਆਪਣੇ ਪ੍ਰਵਾਸ ਦੀ ਮਿਤੀ ਤੋਂ ਆਮ ਤੌਰ 'ਤੇ ਭਾਰਤ ਵਿੱਚ ਰਿਹਾ ਸੀ। ਠੀਕ ਹੈ ਜੀ। ਉਹ ਵਾਲਾ ਬੰਦਾ ਕਰਦਾ, ਇਹ ਇੱਕ ਸ਼ਰਤ ਹੋ ਗਈ। ਜੇਕਰ ਉਹ 19 ਜੁਲਾਈ 1948 ਨੂੰ, ਠੀਕ ਹੈ ਜੀ, ਜਾਂ ਇਸ ਤੋਂ ਬਾਅਦ, ਇਹ ਪਹਿਲਾਂ ਦਾ ਲਿਖਿਆ ਹੋਇਆ ਇਹਨਾਂ ਦਾ, 19 ਜੁਲਾਈ 1948 ਤੋਂ ਪਹਿਲਾਂ ਦਾ, 19 ਜੁਲਾਈ 1948 ਤੋਂ ਬਾਅਦ ਭਾਰਤ ਵਿੱਚ ਪ੍ਰਵਾਸ ਕਰ ਗਿਆ, ਬਾਅਦ ਚੋਂ ਆਇਆ, ਤਾਂ ਉਸ ਨੂੰ ਭਾਰਤ ਦੇ ਨਾਗਰਿਕ ਵਜੋਂ ਰਜਿਸਟਰ ਕੀਤਾ ਗਿਆ ਸੀ। ਪਰ ਕੋਈ ਵਿਅਕਤੀ ਤਾਂ ਹੀ ਰਜਿਸਟਰਡ ਹੋ ਸਕਦਾ ਹੈ ਜੇਕਰ ਉਹ ਇੱਥੇ ਰਿਹਾ ਹੋਵੇ। ਜੇਕਰ ਜਾਣੀ ਕਿ ਉਹ ਇੱਥੇ ਰਹਿੰਦਾ ਸੀ ਤਾਂ ਹੀ ਰਜਿਸਟ੍ਰੇਸ਼ਨ ਹੁੰਦੀ ਸੀ ਉਸ ਬੰਦੇ ਦੀ। ਠੀਕ ਹੈ ਜੀ। ਸੋ ਇਹ ਹੋ ਗਿਆ ਆਪਣਾ ਇੱਕ। ਹੁਣ ਆ ਗਿਆ ਜੀ ਸਾਡੇ ਕੋਲੇ ਆਰਟੀਕਲ ਨੰਬਰ 6 ਆ, ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ, ਸੋ ਤੁਸੀਂ ਕਰ ਲੈਣਾ ਵਾ। ਠੀਕ ਹੈ ਜੀ। ਅਗਰ ਜੋ ਵੀ ਸਟੂਡੈਂਟ ਆਪਣਾ ਇੰਗਲਿਸ਼ ਦੇ ਵਿੱਚ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਨਾਲ ਇੰਗਲਿਸ਼ ਦੇ ਵਿੱਚ ਵੀ ਕਰ ਸਕਦਾ ਹੈ, ਤਾਂ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਸੋ ਅਨੁਛੇਦ 7 ਨੰਬਰ ਆਰਟੀਕਲ ਕੀ ਕਹਿੰਦਾ ਜੀ। ਠੀਕ ਹੈ ਜੀ। 2 ਆਰਟੀਕਲ ਆਪਾਂ ਕਰ ਰਿਹਾ। 7 ਨੰਬਰ ਕਹਿੰਦਾ ਜੀ, ਪਾਕਿਸਤਾਨ ਗਏ ਕੁਝ ਭਾਰਤੀਆਂ ਦੇ ਨਾਗਰਿਕਤਾ ਦੇ ਅਧਿਕਾਰ। ਜਿਹੜੇ ਭਾਰਤ ਤੋਂ ਪਾਕਿਸਤਾਨ ਚਲੇ ਗਏ ਸੀ ਉਹਨਾਂ ਨੂੰ ਕਿਹੜੇ ਅਧਿਕਾਰ ਦਿੱਤੇ ਗਏ ਸੀਗੇ ਜੇ ਉਹ ਆਪਣਾ ਇੱਥੇ ਹੁੰਦੇ। ਇੱਕ ਵਿਅਕਤੀ ਲਾ ਲਓ ਜੋ ਕਿ 1 ਮਾਰਚ 1947 ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਚਲਾ ਗਿਆ ਸੀ, ਮਤਲਬ ਉਸ ਟਾਈਮ ਦੇ ਉੱਤੇ ਜਦੋਂ ਵੰਡ ਹੋਈ ਉਸ ਟਾਈਮ ਦੇ ਉੱਤੇ ਭਾਰਤ ਤੋਂ ਪਾਕਿਸਤਾਨ ਚਲਾ ਗਿਆ, ਪਰ ਬਾਅਦ ਵਿੱਚ ਉਹਨੇ ਸੋਚਿਆ ਕਿ ਪੁਨਰ ਨਿਵਾਸ ਲਈ ਭਾਰਤ ਵਾਪਸ ਆ ਗਿਆ ਉਹ। ਠੀਕ ਆ। ਉਹ ਭਾਰਤੀ ਨਾਗਰਿਕ ਬਣ ਸਕਦਾ ਸੀ ਉਸ ਟਾਈਮ ਦੇ ਉੱਤੇ। ਇਹਦੇ ਲਈ ਉਹਨੂੰ ਰਜਿਸਟ੍ਰੇਸ਼ਨ ਲਈ ਆਪਣੀ ਅਰਜ਼ੀ ਦੀ ਮਿਤੀ ਤੋਂ 6 ਮਹੀਨੇ ਪਹਿਲਾਂ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ ਸੀ। ਜਾਣੀ ਕਿ ਪਹਿਲਾਂ ਉਹਨੂੰ ਰਜਿਸਟ੍ਰੇਸ਼ਨ ਲਈ ਅਰਜ਼ੀ ਐਪਲੀਕੇਸ਼ਨ ਦੇਣੀ ਪੈਂਦੀ ਸੀ, ਬਟ ਉਸ ਤੋਂ 6 ਮਹੀਨੇ ਪਹਿਲਾਂ ਉਹ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ ਸੀ। ਠੀਕ ਆ। ਸੋ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ, ਤੁਸੀਂ ਕਰ ਲੈਣਾ ਆਰਟੀਕਲ 7। ਸੋ ਅੱਗੇ ਆਪਣੇ ਰਹਿ ਗਏ ਆਰਟੀਕਲ। ਹੁਣ ਇਹਦੇ ਵਿੱਚ ਜ਼ਿਆਦਾ ਆਪਾਂ ਨੂੰ ਡਿਟੇਲ 'ਚ ਕਰਨ ਦੀ ਲੋੜ ਨਹੀਂ। ਠੀਕ ਆ। ਜੋ ਕੁਐਸਚਨ ਮੈਂ ਤੁਹਾਨੂੰ ਦੱਸ ਦਾਂਗਾ ਕਿਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ, ਇਹ ਫਿਰ ਵੀ ਆਪਾਂ ਡਿਟੇਲ ਦੇ ਵਿੱਚ ਇਸ ਲਈ ਕਰ ਰਹੇ ਹਾਂ ਕਿਉਂਕਿ ਨਾ ਕਈ ਵਾਰ ਕੁਐਸਚਨ ਘੁਮਾ ਕੇ ਪੁੱਛ ਦਿੰਦੇ ਨੇ। ਸੋ ਆਪਾਂ ਨੂੰ ਅਗਰ ਡਿਟੇਲ 'ਚ ਪੜ੍ਹਿਆ ਹੋਏਗਾ ਤਾਂ ਆਪਣਾ ਕੁਐਸਚਨ ਮਿਸ ਨਹੀਂ ਹੋਵੇਗਾ। 8 ਨੰਬਰ ਆਰਟੀਕਲ ਕੀ ਕਹਿੰਦਾ ਜੀ, ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੀ ਨਾਗਰਿਕਤਾ ਦੇ ਅਧਿਕਾਰ ਆਰਟੀਕਲ 8 ਦੇ ਵਿੱਚ ਦਿੰਦੇ ਆ। ਠੀਕ ਆ। ਜੋ ਭਾਰਤ ਤੋਂ ਬਾਹਰ ਰਹਿ ਰਹੇ ਆ। ਠੀਕ ਆ ਜੀ। ਵੈਸੇ ਹੈਗੇ ਭਾਰਤੀ ਮੂਲ ਦੇ ਆ। ਠੀਕ ਆ। ਉਹਨਾਂ ਦੇ ਅਧਿਕਾਰ ਲਿਖੇ ਹੋਏ ਆ 8 ਦੇ ਵਿੱਚ। 9 'ਚ ਕੀ ਲਿਖਿਆ ਜੀ, 9 'ਚੋਂ ਕਹਿੰਦੇ ਵਿਅਕਤੀ ਸਵੈ ਇੱਛਾ ਨਾਲ ਕਿਸੇ ਵਿਦੇਸ਼ੀ ਰਾਜ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਨਾਗਰਿਕ ਨਾ ਹੋਣ। ਠੀਕ ਆ ਜੀ। ਜੋ ਆਪਣੇ ਸਵੈ ਇੱਛਾ ਦੇ ਨਾਲ ਵਿਦੇਸ਼ੀ ਦੀ ਨਾਗਰਿਕਤਾ ਨਾ ਹੋਣ, ਉਹਨਾਂ ਦੇ ਲਿਖੇ ਹੋਏ ਆ। ਠੀਕ ਆ ਜੀ। ਅੱਗੇ ਆ ਗਿਆ ਜੀ ਸਾਡੇ ਕੋਲੇ ਆਰਟੀਕਲ 10 'ਚ ਕੀ ਲਿਖਿਆ, ਨਾਗਰਿਕਤਾ ਦੇ ਅਧਿਕਾਰਾਂ ਦੀ ਨਿਰੰਤਰਤਾ ਦਿੱਤੀ ਆ। ਠੀਕ ਆ ਜੀ। ਸੋ ਇਹਦੇ ਬਾਰੇ ਜ਼ਿਆਦਾ ਕੁਐਸਚਨ ਨਹੀਂ ਬਣਨਗੇ, ਤੁਹਾਨੂੰ ਕੁਐਸਚਨ ਜੋ ਬਣਨਗੇ ਉਹ ਮੈਂ MCQ ਦੇ ਵਿੱਚ ਐਡ ਕਰ ਦਿੱਤੇ ਹੋਏ ਆ ਵੀ ਕਿਸ ਤਰ੍ਹਾਂ ਦਾ ਕੁਐਸਚਨ ਬਣੂਗਾ। ਸੋ ਇਸੇ ਤਰ੍ਹਾਂ ਦੇ ਕੁਐਸਚਨ ਬਣਨਗੇ, ਫਿਰ ਵੀ ਆਪਾਂ ਡਿਟੇਲ ਦੇ ਵਿੱਚ ਕਰ ਰਹੇ ਹਾਂ। ਅਨੁਛੇਦ 11
ਸੰਸਦ ਦੁਆਰਾ ਨਾਗਰਿਕਤਾ ਦੇ ਅਧਿਕਾਰਾਂ ਨੂੰ ਨਿਯਮਿਤ ਕਰਨ ਲਈ ਜਿਹੜੇ ਸੰਸਦ ਆਪਣੀ ਪਾਰਲੀਮੈਂਟ ਕਾਨੂੰਨ ਬਣਾਉਂਦੀ ਆ ਨਾ ਨਾਗਰਿਕਤਾ ਦੇ ਅਧਿਕਾਰਾਂ, ਜਿਵੇਂ ਅਮੈਂਡਮੈਂਟਸ ਵਗੈਰਾ ਹੁੰਦੀਆਂ ਨੇ ਜਾਂ ਨਾਗਰਿਕਤਾ ਦੇ ਅਧਿਕਾਰਾਂ ਦੇ ਠੀਕ ਆ, ਉਹਦੇ ਲਈ ਜੋ ਕਾਨੂੰਨ ਵਗੈਰਾ ਜੋ ਸਾਰਾ ਕੁਝ ਲਿਖਿਆ ਕਿ ਪਾਰਲੀਮੈਂਟ ਕਿਸ ਤਰ੍ਹਾਂ ਬਣਾ ਸਕਦੀ ਹੈ ਜਾਂ ਕਿਵੇਂ ਬਣਵਾਈ ਆ, ਉਹ ਅਨੁਛੇਦ 11 ਦੇ ਵਿੱਚ ਲਿਖਿਆ। ਸੋ ਆਪਾਂ ਹੁਣ ਇਹ ਸਾਰੇ ਆਰਟੀਕਲ ਕਰ ਚੁੱਕੇ ਹਾਂ। ਹੁਣ ਆਪਾਂ ਦੇਖਾਂਗੇ ਕਿ ਇਹਦੇ ਵਿੱਚ ਸਿਟੀਜ਼ਨਸ਼ਿਪ ਜੋ ਆਪਾਂ ਪੜ੍ਹ ਤਾਂ ਲਈ ਕਿ ਇਹ ਆਰਟੀਕਲ ਦੇ ਵਿੱਚ ਇਦਾਂ ਲਿਖਿਆ ਹੋਇਆ ਵਾ ਠੀਕ ਆ। ਸੋ ਇਹਦੇ ਵਿੱਚ ਇਹ ਕਿਸ ਤਰ੍ਹਾਂ ਹੋਈ ਸੀ, ਕਿਸ ਤਰ੍ਹਾਂ ਦੀ ਹੁੰਦੀ ਹੈ, ਆਪਣੀ ਸਿਟੀਜ਼ਨਸ਼ਿਪ ਮਿਲਦੀ ਕਿਵੇਂ ਹੈ, ਜਾਂ ਉਹ ਬੰਦੇ ਦੀ ਨਾਗਰਿਕਤਾ ਖੋਈ ਕਿਵੇਂ ਜਾ ਸਕਦੀ ਆ, ਉਹ ਸਾਰਾ ਕੁਝ ਪੜ੍ਹਾਂਗੇ। ਭਾਰਤ ਵਿੱਚ 2 ਤਰ੍ਹਾਂ ਦੀ ਨਾਗਰਿਕਤਾ ਮੰਨੀ ਜਾਂਦੀ ਆ ਠੀਕ ਆ ਜੀ। ਇੱਕ ਹੁੰਦੀ ਆ ਸਿਟੀਜ਼ਨਸ਼ਿਪ, ਦੂਜੀ ਹੋ ਗਏ ਏਲੀਅਨਸ। ਏਲੀਅਨਸ ਦੇ ਵਿੱਚ ਦੂਸਰਾ ਏਲੀਅਨਸ ਨਹੀਂ ਜਿਹੜੇ ਆਪਣੇ ਰੋਬਰਟਸ ਵਗੈਰਾ ਜਾਂ ਜਿੱਦਾਂ ਉਹ ਜਾਦੂ ਵਾਲੇ ਏਲੀਅਨ ਨਹੀਂ ਠੀਕ ਆ ਜੀ। ਇੱਕ ਹੁੰਦੇ ਨੇ ਇਹਦੇ ਵਿੱਚ ਫਰੈਂਡਲੀ ਏਲੀਅਨ ਤੇ ਇੱਕ ਐਨਮੀ ਠੀਕ ਆ ਜੀ। ਯਾਨੀ ਕਿ ਜੋ ਆਪਣੇ ਏਲੀਅਨਸ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਜਿੱਦਾਂ ਹੁਣ ਆਪਾਂ ਇੰਡੀਆ ਦੇ ਵਿੱਚ ਰਹਿ ਰਹੇ ਹਾਂ ਠੀਕ ਆ। ਸੋ ਆਪਾਂ ਕਿਸੇ ਕੰਮ ਲਈ ਜਾਂ ਆਪਾਂ ਸਟੱਡੀ ਲਈ ਆਪਾਂ ਫੋਰਨ ਜਾਂਦੇ ਹਾਂ, ਪਰ ਆਪਾਂ ਉੱਥੋਂ ਦੇ ਨਾਗਰਿਕ ਨਹੀਂ, ਆਪਾਂ ਉਹਨਾਂ ਲਈ ਆਪਾਂ ਏਲੀਅਨਸ ਹਾਂ ਠੀਕ ਆ ਜੀ। ਸੋ ਇਹ ਆ ਗਏ। ਹੁਣ ਇਹਦੇ ਵਿੱਚ ਇੱਕ ਹੁੰਦੇ ਆ ਫਰੈਂਡਲੀ, ਇੱਕ ਹੁੰਦੇ ਆ ਐਨਮੀ, ਇੱਕ ਦੋਸਤ, ਇੱਕ ਦੁਸ਼ਮਣ। ਦੇਖੋ ਜੀ ਹੁਣ ਕਿਹੜੇ ਹੁੰਦੇ ਆ। ਪਹਿਲਾਂ ਤਾਂ ਨਾਗਰਿਕਤਾ ਆ ਗਏ ਠੀਕ ਆ। ਨਾਗਰਿਕ ਕਿਹੜੇ ਹੁੰਦੇ ਨੇ? ਜਿਹੜੇ ਭਾਰਤ ਰਾਜ ਦੇ ਪੂਰਨ ਮੈਂਬਰ ਨੇ ਤੇ ਇਸ ਦੇ ਪ੍ਰਤੀ ਵਫਾਦਾਰ ਨੇ। ਉਹ ਸਾਰੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਦਾ ਆਨੰਦ ਮਾਣ ਸਕਦੇ ਨੇ ਠੀਕ ਹੈ। ਜੋ ਵੀ ਆਪਾਂ ਨੂੰ ਫੰਡਾਮੈਂਟਲ ਰਾਈਟਸ ਦਿੱਤੇ ਗਏ ਨੇ ਠੀਕ ਹੈ ਆਰਟੀਕਲ 12 ਤੋਂ 35 ਦੇ ਵਿੱਚ ਉਹ ਆਪਾਂ ਅੱਗੇ ਕਰਾਂਗੇ। ਜਾਂ ਰਾਜਨੀਤਿਕ ਵੀ ਆਪਾਂ ਨੂੰ ਅਧਿਕਾਰ ਦਿੱਤੇ ਹੋਏ ਨੇ, ਉਹ ਸਾਰੇ ਜਿਹੜੇ ਇੱਥੋਂ ਦੇ ਨਾਗਰਿਕ ਨੇ ਪੂਰੀ ਤਰ੍ਹਾਂ ਨਾਲ ਪੂਰਨ ਮੈਂਬਰ ਨੇ ਉਹ ਨੇ। ਹੁਣ ਸਿਟੀਜ਼ਨਸ ਆ ਇੰਗਲਿਸ਼ ਦੇ ਵਿੱਚ ਦਿੱਤਾ। ਹੁਣ ਏਲੀਅਨਸ, ਜਿਹੜੇ ਏਲੀਅਨਸ ਕਿਹੜੇ ਆ? ਦੂਜੇ ਪਾਸੇ ਕਿਸੇ ਹੋਰ ਰਾਜ ਦੇ ਨਾਗਰਿਕ ਠੀਕ ਹੈ, ਜਿਹੜੇ ਹੋਰ ਰਾਜ ਦੇ ਨਾਗਰਿਕ। ਅਤੇ ਇਸ ਲਈ ਸਾਰੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਸਾਰਿਆਂ ਦਾ ਆਨੰਦ ਨਹੀਂ ਮਾਣ ਸਕਦੇ। ਇਹ ਕਿਹੜਿਆਂ ਦਾ ਮਾਣ ਸਕਦੇ ਉਹ ਆਪਾਂ ਅੱਗੇ ਪੜਾਂਗੇ ਠੀਕ ਆ। ਏਲੀਅਨਸ, ਹੁਣ ਉਹ ਏਲੀਅਨਸ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਪੜਾਂਗੇ ਕਿਹੜੇ। ਇੱਕ ਹੁੰਦਾ ਦੋਸਤਾਨਾ ਏਲੀਅਨ, ਇੱਕ ਹੁੰਦਾ ਦੁਸ਼ਮਣ ਏਲੀਅਨ। ਹੁਣ ਇਹ ਕਿਹੜੇ ਹੁੰਦੇ ਨੇ ਇਹ ਵੀ ਆਪਾਂ ਅੱਗੇ ਆਪਾਂ ਡਿਟੇਲ ਦੇ ਵਿੱਚ ਕਰਦੇ ਹਾਂ ਜੀ। ਦੋਸਤਾਨਾ ਏਲੀਅਨ ਕਿਹੜੇ ਹੁੰਦੇ ਆ? ਜਿਹੜੇ ਪ੍ਰਦੇਸੀ ਹੁੰਦੇ ਆ। ਉਹਨਾਂ ਦੇਸ਼ਾਂ ਦੇ ਵਿਸ਼ੇ ਹਨ ਜਿਨ੍ਹਾਂ ਦੇ ਭਾਰਤ ਨਾਲ ਵਧੀਆ ਸੰਬੰਧ ਨੇ ਠੀਕ ਆ, ਪੂਰੇ ਵਧੀਆ ਸੰਬੰਧ ਨੇ ਉਹਨਾਂ ਦੇ ਆ। ਮੰਨ ਲਓ ਚਾਈਨਾ ਲਾ ਲਓ, ਚਾਈਨਾ ਵੀ ਕੋਈ ਵੀ ਕੰਟਰੀ ਲਾ ਲਓ ਤੁਸੀਂ, ਮੰਨ ਲਓ ਆਸਟ੍ਰੇਲੀਆ ਲਾ ਲਓ, ਮੰਨ ਲਓ ਆਪਣੇ ਆਸਟ੍ਰੇਲੀਆ ਨਾਲ ਠੀਕ ਆ ਸੰਬੰਧ ਠੀਕ ਆ ਜੀ। ਆਸਟ੍ਰੇਲੀਆ ਤੋਂ ਕੋਈ ਬੰਦਾ, ਕੋਈ ਕੰਪਨੀ ਆਈ ਜਾਂ ਕੋਈ ਉਹ ਆਏ, ਇਹ ਉਹਨਾਂ ਨੂੰ ਆਪਾਂ ਦੋਸਤਾਨਾ ਏਲੀਅਨ ਪ੍ਰਦੇਸੀ ਕਹਿ ਦਿੰਦੇ ਹਾਂ ਠੀਕ ਆ। ਸੋ ਨੈਕਸਟ ਆ ਗਿਆ ਆਪਣਾ ਦੂਜੇ ਪਾਸੇ ਜਿਹੜੇ ਦੁਸ਼ਮਣ ਏਲੀਅਨਸ ਜਿਹੜੇ ਹੋ ਗਏ, ਐਨਮੀ ਏਲੀਅਨਸ ਹੋ ਗਏ ਠੀਕ ਆ। ਉਹ ਦੇਸ਼ ਦੀ ਪ੍ਰਜਾ ਹੁੰਦੀ ਆ, ਉਹ ਉਸ ਦੇਸ਼ ਦੇ ਨਿਵਾਸੀ ਹੁੰਦੇ ਆ ਜੋ ਭਾਰਤ ਨਾਲ ਜੰਗ 'ਚ ਨੇ ਠੀਕ ਆ। ਉਹ ਦੋਸਤਾਨਾ ਪ੍ਰਦੇਸੀ ਲੋਕਾਂ ਨਾਲੋਂ ਘੱਟ ਅਧਿਕਾਰਾਂ ਦਾ ਆਨੰਦ ਮਾਣਦੇ ਨੇ, ਜਾਣੀ ਉਹ ਸਾਰੇ ਅਧਿਕਾਰ ਨਹੀਂ ਮਿਲਦੇ ਉਹਨਾਂ ਨੂੰ। ਉਦਾਹਰਨ ਲਈ ਮੰਨ ਲਓ ਗ੍ਰਿਫਤਾਰੀ ਹੋ ਗਈ ਠੀਕ ਆ ਜੀ। ਗ੍ਰਿਫਤਾਰੀ ਤੇ ਨਜ਼ਰਬੰਦੀ ਜਿਹੜੀ ਕਿ ਆਪਣੀ ਆਰਟੀਕਲ 22 ਦੇ ਵਿੱਚ ਲਿਖਿਆ ਹੋਇਆ ਵਾ ਠੀਕ ਆ, ਉਹਦਾ ਆਨੰਦ ਨਹੀਂ ਮਾਣ ਸਕਦੇ ਗੇ ਠੀਕ ਆ। ਜਾਣੀ ਕਿ ਉਹਨਾਂ ਨੂੰ ਮੰਨ ਲਓ, ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਵਾ। ਮੰਨ ਲਓ ਸਪੋਜ਼ ਕਰ ਲਓ ਇਸ ਟਾਈਮ ਦੇ ਉੱਤੇ ਚਾਈਨਾ ਦਾ ਕੋਈ ਡੈਲੀਗੇਸ਼ਨ ਆਪਣੇ ਹੈਗਾ, ਚਲੋ ਚਾਹੇ ਉਹ ਕੰਮ ਲਈ ਆਇਆ ਜਾਂ ਘੁੰਮਣ ਫਿਰਨ ਲੱਗਿਆ। ਮੰਨ ਲਓ 4 ਬੰਦੇ ਆਏ ਉਹਨਾਂ ਦੇ ਵਿੱਚ, ਤੇ ਚਾਈਨਾ ਦਾ ਇੰਡੀਆ ਦੇ ਨਾਲ ਜੰਗ ਲੱਗ ਪਈ ਠੀਕ ਹੈ ਜੀ। ਇੰਡੀਆ ਤੇ ਚਾਈਨਾ ਦੀ ਜੰਗ ਹੋ ਗਈ। ਦੈਨ ਆਪਾਂ ਉਸ ਟਾਈਮ ਦੇ ਉੱਤੇ ਜਿਹੜੀ ਆਪਣੀ ਭਾਰਤ ਸਰਕਾਰ ਆ, ਇੰਡੀਅਨ ਕਾਨੂੰਨ ਆ, ਉਹ ਉਸ 4 ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦਾ ਵਾ ਠੀਕ ਹੈ ਜੀ, ਬਿਨਾਂ ਕਿਸੇ ਉਹਦੇ ਤੋਂ ਠੀਕ ਹੈ ਜੀ। ਸੋ ਇਹ ਹੁੰਦਾ ਵਾ ਕਿ ਉਹਨਾਂ ਨੂੰ ਇਹ ਅਧਿਕਾਰ ਨਹੀਂ ਪ੍ਰਾਪਤ ਹੁੰਦੇ ਵੀ ਤੁਸੀਂ ਜਿਹੜੀ ਗ੍ਰਿਫਤਾਰੀ ਤੇ ਨਜ਼ਰਬੰਦੀ ਕਰ ਸਕਦੇ ਹੋ ਉਹਨਾਂ ਨੂੰ ਦੱਸੇ ਬਿਨਾਂ, ਕਿਸੇ ਨੂੰ ਵੀ ਪੁੱਛੇ ਦੱਸੇ ਬਿਨਾਂ। ਪਰ ਜੇ ਉਹ ਜੰਗ ਦੇ ਵਿੱਚ ਆ, ਜੇ ਉਹਨਾਂ ਦਾ ਦੇਸ਼ ਆਪਣੇ ਨਾਲ ਜੰਗ ਲੜ ਰਿਹਾ ਤਾਂ ਠੀਕ ਹੈ। ਸੋ ਅੱਗੇ ਆ ਗਿਆ ਜੀ ਸਾਡੇ ਕੋਲੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰ ਜਿਹੜੇ ਸਿਰਫ ਭਾਰਤ ਦੇ ਨਾਗਰਿਕਾਂ ਨੂੰ ਦਿੱਤੇ ਗਏ ਨੇ ਠੀਕ ਹੈ। ਸਿਰਫ ਭਾਰਤੀ ਨਾਗਰਿਕਾਂ ਨੂੰ ਹੈ ਠੀਕ ਹੈ, ਜਿਨ੍ਹਾਂ ਨੂੰ ਭਾਰਤ ਦੀ ਸਿਟੀਜ਼ਨਸ਼ਿਪ ਹੈਗੀ ਆ ਠੀਕ ਹੈ ਜਿਨ੍ਹਾਂ ਕੋਲੇ। ਦੇਖੋ ਜੀ ਆਰਟੀਕਲ 15 ਦੇ ਵਿੱਚ ਲਿਖਿਆ ਹੋਇਆ ਆਪਣਾ ਧਰਮ, ਨਸਲ, ਜਾਤ, ਲਿੰਗ ਅਤੇ ਜਨਮ ਸਥਾਨ ਦੇ ਆਧਾਰ ਤੇ ਵਿਤਕਰੇ ਦੇ ਵਿਰੋਧ ਅਧਿਕਾਰ ਠੀਕ ਹੈ ਜੀ। ਕੋਈ ਕਿਸੇ ਦੇ ਨਾਲ ਵੀ ਧਰਮ ਦੇ ਆਧਾਰ ਤੇ, ਨਸਲ ਦੇ ਨੇ, ਜਾਤ ਦੇ, ਲਿੰਗ ਦੇ, ਜਨਮ ਸਥਾਨ ਦੇ ਆਧਾਰ ਤੇ ਵਿਤਕਰਾ ਨਹੀਂ ਹੋ ਸਕਦਾ। ਆਰਟੀਕਲ 15 'ਚ ਲਿਖਿਆ ਇਹ। ਹੁਣ ਹੋਰ ਕਿਹੜਾ ਜੀ? ਜਨਤਕ ਰੁਜ਼ਗਾਰ, ਜਿਹੜੇ ਆਪਣੇ ਜੋ ਵੀ ਆਪਾਂ ਆਰਟੀਕਲ 16 ਦੇ ਵਿੱਚ ਲਿਖਿਆ ਹੁੰਦਾ, ਜੋ ਆਪਾਂ ਗੌਰਮੈਂਟ ਜੋਬਸ ਵਗੈਰਾ ਦਿੰਦੇ ਆ ਠੀਕ ਹੈ ਜੀ, ਜੋ ਸਾਰਿਆਂ ਲਈ ਬਰਾਬਰੀ ਦੇ ਮੌਕੇ ਦੇਣੇ ਆ। ਜਿਵੇਂ ਜੋ ਮੰਨ ਲਓ ਸਪੋਜ਼ ਕਰ ਲਓ ਕਿਸੇ ਇੱਕ ਬੰਦੇ ਨੇ PCS ਦਾ ਪੇਪਰ ਦੇਣਾ, ਸੋ ਜਿਹੜਾ ਦੂਸਰਾ ਵੀ ਹੋਰ ਕੋਈ ਵੀ ਬੰਦਾ ਜਿਹਨੀ ਗ੍ਰੈਜੂਏਸ਼ਨ ਕੀਤੀ ਹੋਈ ਆ, ਜੋ ਉਹਦੀ ਰਿਕੁਆਇਰ ਕੁਆਲੀਫਿਕੇਸ਼ਨ ਚਾਹੀਦੀ ਹੁੰਦੀ ਆ ਉਸ ਪੋਸਟ ਲਈ, ਉਹ ਦੂਜਾ ਬੰਦਾ ਵੀ ਦੇ ਸਕਦਾ। ਇੱਦਾਂ ਨਹੀਂ ਕਿ ਉਹਨੂੰ ਕੋਈ ਵੱਧ ਅਧਿਕਾਰ ਪ੍ਰਾਪਤ ਹੋਊਗਾ ਇੱਕ ਨੂੰ ਠੀਕ ਹੈ ਜੀ। ਸੋ ਇਹ ਆਰਟੀਕਲ 16 ਦੇ ਵਿੱਚ ਲਿਖਿਆ ਵਾ। ਨੈਕਸਟ ਆ ਗਿਆ ਸਾਡੇ ਕੋਲੇ ਆ ਗਿਆ ਜੀ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ, ਅਸੈਂਬਲੀ ਐਸੋਸੀਏਸ਼ਨ ਹੋ ਗਿਆ, ਅੰਦੋਲਨ, ਰਿਹਾਇਸ਼ ਹੋ ਗਿਆ, ਪੇਸ਼ਾ ਚੁਣਨ ਦਾ ਅਧਿਕਾਰ। ਇਹ ਆਰਟੀਕਲ 19 'ਚ ਜੋ ਲਿਖਿਆ ਵਾ। ਸੋ ਰਾਈਟ ਟੂ ਸਪੀਚ ਦਾ ਆਰਟੀਕਲ, ਇਹ ਵੀ ਉਸ ਨੂੰ ਮਿਲ ਸਕਦਾ ਜਿਹੜੇ ਆਪਣੇ ਭਾਰਤ ਦੇ ਨਾਗਰਿਕ ਨੇ। ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਹੋ ਗਏ ਠੀਕ ਹੈ ਜੀ, ਆਰਟੀਕਲ 29-30 'ਚ ਲਿਖੇ ਹੋਏ ਨੇ। ਕਲਚਰਲ ਤੇ ਐਜੂਕੇਸ਼ਨਲ ਰਾਈਟਸ ਠੀਕ ਹੈ ਜੀ। ਲੋਕ ਸਭਾ ਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ, ਇਹ ਵੀ ਲਿਖਿਆ ਹੋਇਆ। ਸੰਸਦ ਅਤੇ ਰਾਜ ਵਿਧਾਨ ਸਭਾ ਦੀ ਮੈਂਬਰਸ਼ਿਪ ਲਈ ਚੋਣ ਲੜਨ ਦਾ, ਇਹ ਸਾਰੇ ਭਾਰਤ ਦੇ ਨਾਗਰਿਕਾਂ ਨੂੰ ਅਧਿਕਾਰ ਪ੍ਰਾਪਤ ਆ। ਵੋਟ ਵੀ ਪਾ ਸਕਦੇ ਤੇ ਚੋਣ ਵੀ ਲੜ ਸਕਦੇ ਨੇ ਉਹ ਸੰਸਦ ਅਤੇ ਰਾਜ ਵਿਧਾਨ ਸਭਾ ਦੀ ਠੀਕ ਹੈ ਜੀ। ਸੋ ਅੱਗੇ ਆ ਗਿਆ ਜੀ ਸਾਡੇ ਕੋਲੇ, ਨੈਕਸਟ ਆ ਗਿਆ ਸਾਡੇ ਕੋਲੇ ਕੁਝ ਜਨਤਕ ਅਹੁਦੇ ਹੁੰਦੇ ਨੇ ਜਿਨ੍ਹਾਂ ਦੀ ਰੱਖਣ ਦੀ ਯੋਗਤਾ, ਜਾਣੀ ਕਿ ਜਿਵੇਂ ਭਾਰਤ ਦਾ ਰਾਸ਼ਟਰਪਤੀ ਹੋ ਗਿਆ, ਭਾਰਤ ਦਾ ਉਪ ਰਾਸ਼ਟਰਪਤੀ ਹੋ ਗਿਆ, ਸੁਪਰੀਮ ਕੋਰਟ ਅਤੇ ਉੱਚ ਅਦਾਲਤਾਂ ਦੇ ਜੱਜ ਹੋ ਗਏ, ਰਾਜਾਂ ਦੇ ਰਾਜਪਾਲ ਹੋ ਗਏ, ਭਾਰਤ ਦੇ ਅਟਾਰਨੀ ਜਨਰਲ ਹੋ ਗਏ, ਰਾਜਾਂ ਦੇ ਐਡਵੋਕੇਟ ਜਨਰਲ ਹੋ ਗਏ, IAS ਹੋ ਗਏ ਜਾਂ IPS ਹੋ ਗਏ, ਜੋ ਸਾਰੇ ਹੋ ਗਏ ਠੀਕ ਹੈ ਜੀ। ਸੋ ਉਹ ਵੀ ਅਧਿਕਾਰ ਪ੍ਰਾਪਤ ਨੇ ਸਾਰਿਆਂ ਨੂੰ ਠੀਕ ਹੈ ਜੀ, ਆਪਣੇ ਜੋ ਇੱਥੋਂ ਦੇ ਨੇ ਠੀਕ ਹੈ ਜੀ, ਆਪਣੇ ਇੱਥੋਂ ਦੇ ਪੈਦਾ ਹੋਏ ਨੇ ਜਾਂ ਜਿਨ੍ਹਾਂ ਕੋਲ ਆਪਣੀ ਇੱਥੋਂ ਦੀ ਨਾਗਰਿਕਤਾ ਹੈਗੀ ਆ। ਹੁਣ ਇੱਕ ਹੋਰ ਚੀਜ਼ ਆ ਜੀ ਇਹਦੇ ਵਿੱਚ, ਕਹਿੰਦਾ ਭਾਰਤ 'ਚ ਜਿਹੜਾ ਬੰਦਾ ਜਨਮ ਦੁਆਰਾ ਨਾਗਰਿਕ ਆ ਅਤੇ ਇੱਕ ਕੁਦਰਤੀ ਨਾਗਰਿਕ, ਜਾਣੀ ਕਿ ਜਿਸ ਨੇ ਆਪਣੀ ਇੰਡੀਆ ਦੀ ਸਿਟੀਜ਼ਨਸ਼ਿਪ ਲਈ ਆ, ਜਾਂ ਜਿਹੜੇ ਵੀ ਬੰਦੇ ਨੇ ਜਨਮ ਤੋਂ ਨਾਗਰਿਕ ਆ,
ਦੋਵੇਂ ਹੀ ਕਿਸੇ ਵੀ ਪੋਸਟ ਲਈ, ਜਿਵੇਂ ਮੰਨ ਲਓ ਰਾਸ਼ਟਰਪਤੀ ਦੇ ਚੁਣਾਵ ਲਈ ਉਹ ਅਹੁਦੇ ਲਈ ਯੋਗ ਆ, ਉਹ ਆਪਣੇ ਭਾਰਤ ਦੇ ਵਿੱਚ ਚੋਣ ਲੜ ਸਕਦਾ ਰਾਸ਼ਟਰਪਤੀ ਦੀ, ਜਿਹੜੇ ਬੰਦੇ ਕੋਲੇ ਇੱਕ ਨਾਗਰਿਕਤਾ ਵਾ, ਠੀਕ ਆ। ਜਦੋਂ ਕਿ USA ਦੇ ਵਿੱਚ ਹੁਣ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਉਹ ਕਹਿੰਦੇ ਜੀ ਸਿਰਫ ਜਿਹੜੇ ਨਾਗਰਿਕ ਦਾ ਜਨਮ ਜਾਂ ਜਿਹੜੇ ਨਾਗਰਿਕ ਦਾ ਜਨਮ ਸਿਰਫ ਤੇ ਸਿਰਫ USA ਦੇ ਵਿੱਚ ਹੋਇਆ ਵਾ, ਜਿਹਦਾ ਜਨਮ ਹੀ ਉੱਥੇ ਹੋਇਆ, ਉਹੀ ਲੜ ਸਕਦਾ, ਠੀਕ ਹੈ ਜੀ। ਸੋ ਆਪਣੇ ਲੜ ਸਕਦੇ ਨੇ, ਕੁਦਰਤੀ ਨਾਗਰਿਕ ਵੀ ਆ, ਬਟ ਉੱਥੇ ਨਹੀਂ ਲੜ ਸਕਦੇ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਾਂਗੇ ਹੁਣ ਜੀ, ਦੇਖੋ ਇੱਧਰ ਇਹਦੇ ਲਈ ਨਾ ਇੱਕ 1955 ਦੇ ਵਿੱਚ ਨਾਗਰਿਕਤਾ ਐਕਟ ਬਣਾਇਆ ਸੀਗਾ, ਇਹਦੇ ਵਿੱਚ ਸਾਰਾ ਕੁਝ। ਉਸ ਤੋਂ ਬਾਅਦ ਸਮੇਂ-ਸਮੇਂ ਤੇ ਇਹਦੇ 'ਚ ਸੋਧਾਂ ਹੁੰਦੀਆਂ ਗਈਆਂ, ਉਹ ਸਾਰੀਆਂ ਆਪਾਂ ਕਰਦੇ ਹਾਂ ਕਿ ਸੋਧਾਂ ਕੀ ਸੀ, ਕਿਉਂ ਕੀਤੀਆਂ ਸੀ, ਠੀਕ ਹੈ ਜੀ। ਹੁਣ ਨਾਗਰਿਕਤਾ ਕਾਨੂੰਨ ਜਦੋਂ 1955 ਦੇ ਵਿੱਚ ਸਿਟੀਜ਼ਨਸ਼ਿਪ ਐਕਟ ਆਇਆ ਸੀ, ਜਿਹਦੇ ਅੰਡਰ ਸਾਰੇ ਲਾਅਸ ਬਣਦੇ ਨੇ, ਠੀਕ ਆ, ਆਪਣੇ ਨਾਗਰਿਕਤਾ ਨੂੰ ਲੈ ਕੇ 5 ਤੋਂ 11 ਤੱਕ ਜੋ ਵੀ ਲਾਅ ਆਪਣੇ ਬਣਦੇ ਨੇ ਜਾਂ ਅਮੈਂਡ ਹੁੰਦੇ ਨੇ, ਉਹ ਸਾਰੇ ਇਹਦੇ ਵਿੱਚ ਆ। ਹੁਣ ਇਹਦੇ 'ਚ ਕਿ ਸੰਵਿਧਾਨ ਦੇ ਸ਼ੁਰੂ ਹੋਣ ਤੋਂ ਬਾਅਦ ਨਾਗਰਿਕਤਾ ਪ੍ਰਾਪਤ ਕਰਨ ਅਤੇ ਗਵਾਉਣ ਦੀ ਵਿਵਸਥਾ ਕਰਦਾ ਵਾ ਇਹ, ਠੀਕ ਹੈ ਜੀ। ਇਸ ਐਕਟ ਨੂੰ ਹੇਠਲੇ ਐਕਟਾਂ ਅਨੁਸਾਰ ਕਈ ਵਾਰ ਸੋਧਿਆ ਗਿਆ। ਸੋ ਦੇਖੋ ਜੀ 1986 'ਚ ਸਭ ਤੋਂ ਪਹਿਲਾਂ ਸੋਧ ਹੋਈ ਇਹਦੇ ਵਿੱਚ, ਠੀਕ ਆ। ਸੋ ਅੱਗੇ ਆਪਾਂ ਡਿਟੇਲ 'ਚ ਕਰਾਂਗੇ ਕਿ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਜੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਜੋ ਵੰਡ ਹੋਈ ਸੀ ਉਸ ਦੇ ਆਧਾਰ ਦੇ ਉੱਤੇ ਕਿਹਾ ਸੀ, ਜਾਂ ਜੋ ਜਿਹਦਾ ਜਨਮ ਹੋਇਆ ਸੀ 1986 ਦੇ ਵਿੱਚ, ਉਹਨਾਂ ਦਾ ਸੀਗਾ ਕਿ ਜਿਵੇਂ ਮੰਨ ਲਓ ਕੋਈ ਬੱਚਾ ਵਾ ਹੈ ਨਾ, ਉਹਦਾ ਮਾਤਾ ਜਾਂ ਉਸਦੇ ਪਿਤਾ ਨਾਲ, ਠੀਕ ਹੈ ਜੀ। ਉਸਦੇ 1986 'ਚ ਉਸਦੇ ਪਿਤਾ ਦਾ ਕਿਹਾ ਸੀ। ਸੋ ਉਸ ਤੋਂ ਬਾਅਦ 92 'ਚ ਫਿਰ ਅਮੈਂਡਮੈਂਟ ਹੋਈ। 92 ਦੇ ਵਿੱਚ ਉਹ ਕਹਿੰਦਾ ਮਾਤਾ ਪਿਤਾ ਦੇ ਵਿੱਚੋਂ ਕੋਈ ਵੀ, ਠੀਕ ਹੈ ਜੀ, ਮਾਤਾ ਪਿਤਾ ਦੇ ਵਿੱਚੋਂ ਕੋਈ ਵੀ ਹੋਵੇ ਉਹ ਹੋ ਸਕਦਾ। 2003 ਦੇ ਵਿੱਚ ਫਿਰ ਅਮੈਂਡਮੈਂਟ ਹੋਈ। ਇਹ ਆਪਾਂ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਕਰਨ ਦੀ ਜ਼ਰੂਰਤ ਨਹੀਂ ਵੀ ਕਿਹੜੀ ਅਮੈਂਡਮੈਂਟ 'ਚ ਕੀ ਹੋਇਆ ਸੀ, ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਨਹੀਂ ਹੁੰਦੇ। ਵੈਸੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਮੈਂਡਮੈਂਟਾਂ ਕਿੰਨੀਆਂ, 6 ਵਾਰ ਅਮੈਂਡ ਹੋ ਚੁੱਕਿਆ, ਠੀਕ ਹੈ ਅਜੇ ਤੱਕ ਉਹ। ਸਿਟੀਜ਼ਨਸ਼ਿਪ ਐਕਟ 2005 ਹੋ ਗਿਆ, ਸਿਟੀਜ਼ਨਸ਼ਿਪ ਐਕਟ 2015 ਹੋ ਗਿਆ। ਹੁਣ ਰੀਸੈਂਟਲੀ ਲਾਸਟ ਜਿਹੜਾ ਅਮੈਂਡ ਹੋਇਆ ਸੀ 2019 ਦੇ ਵਿੱਚ ਹੋਇਆ ਸੀ। ਨਾਗਰਿਕਤਾ ਲੈਣ ਦਾ ਤਰੀਕਾ। ਹੁਣ ਦੇਖੋ ਭਾਰਤ ਦੀ ਜਿਹੜੀ ਨਾਗਰਿਕਤਾ ਆਪਾਂ ਕਿਸ ਤਰ੍ਹਾਂ ਲੈ ਸਕਦੇ, ਕਿਸ ਤਰ੍ਹਾਂ ਕੋਈ ਵੀ ਬੰਦਾ ਜਾਂ ਫੋਰਨਰ ਆ ਜਾਂ ਕੋਈ ਵੀ ਆ ਉਹ ਨਾਗਰਿਕਤਾ ਕਿੱਦਾਂ ਲੈ ਸਕਦਾ। ਇੱਕ ਤਾਂ ਬਾਈ ਬਰਥ, ਜਿਹੜੇ ਬੰਦੇ ਦਾ ਜਨਮ ਹੀ ਇੱਥੇ ਹੋਇਆ, ਜਿਹੜੇ ਜਿਵੇਂ ਜਿੱਦਾਂ ਕਿ ਆਪਣੇ ਸਭ ਦਾ ਜਨਮ ਇੱਥੇ ਭਾਰਤ ਦੇ ਵਿੱਚ ਹੋਇਆ, ਚਾਹੇ ਕਿਸੇ ਵੀ ਰਾਜ ਦੇ ਵਿੱਚ ਹੋਇਆ, ਉਹਨੂੰ ਆਟੋਮੈਟਿਕਲੀ ਆਪਣੀ ਭਾਰਤ ਦੀ ਨਾਗਰਿਕਤਾ ਮਿਲ ਗਈ, ਠੀਕ ਹੈ। ਇੱਕ ਕੁਦਰਤੀ ਤੌਰ 'ਤੇ ਨੈਚੁਰਲਾਈਜੇਸ਼ਨ ਤਰੀਕੇ ਨਾਲ ਕੁਦਰਤੀ ਤੌਰ ਦੇ ਉੱਤੇ ਲਈ ਗਈ, ਵੰਸ਼ ਦੇ ਆਧਾਰ 'ਤੇ, ਜਿਹਦੇ ਜਾਣੀ ਕਿ ਮਾਤਾ ਪਿਤਾ ਦਾ ਜਨਮ ਇੱਥੇ ਹੋਇਆ, ਠੀਕ ਆ। ਬਾਏ ਰਜਿਸਟ੍ਰੇਸ਼ਨ, ਜਦੋਂ ਕੋਈ ਵੀ ਪੰਜੀਕ੍ਰਿਤੀ ਕੀਤੀ ਜਾਂਦੀ ਆ ਰਜਿਸਟ੍ਰੇਸ਼ਨ ਦੇ ਥਰੂ ਵੀ ਲੈ ਸਕਦੇ ਆਪਾਂ। ਹੁਣ ਇਹਨੂੰ ਆਪਾਂ ਡਿਟੇਲ 'ਚ ਕਰਾਂਗੇ ਕਿ ਇਹਦਾ ਮਤਲਬ ਕੀ ਹੁੰਦਾ। ਹੁਣ ਦੇਖੋ ਜੀ ਬਾਏ ਬਰਥ 26 ਜਨਵਰੀ ਤੋਂ 1 ਜੁਲਾਈ 1927 ਤੱਕ ਜਿਹੜੇ ਭਾਰਤ ਦੇ ਜੰਮਪਲ ਹਨ ਉਹ ਭਾਰਤ ਦੇ ਨਾਗਰਿਕ ਨੇ, ਠੀਕ ਆ, ਜਨਮ ਦਾ। ਸੋ 1 ਜੁਲਾਈ 1927 ਨੂੰ ਜਾਂ ਉਸ ਤੋਂ ਬਾਅਦ ਵਿੱਚ ਭਾਰਤ ਵਿੱਚ ਜਨਮੇ ਵਿਅਕਤੀਆਂ ਨੂੰ ਭਾਰਤ ਦਾ ਨਾਗਰਿਕ ਮੰਨਿਆ ਜਾਂਦਾ ਜੇਕਰ ਉਸਦੇ ਜਨਮ ਸਮੇਂ ਉਸਦੇ ਮਾਤਾ ਪਿਤਾ ਵਿੱਚੋਂ ਕੋਈ ਵੀ ਭਾਰਤ ਦਾ ਨਾਗਰਿਕ ਰਿਹਾ ਹੋਵੇ, ਠੀਕ ਹੈ ਜੀ। ਇਸ ਤੋਂ ਇਲਾਵਾ 3 ਦਸੰਬਰ 2004 ਨੂੰ ਜਾਂ ਇਸ ਤੋਂ ਬਾਅਦ ਭਾਰਤ ਵਿੱਚ ਪੈਦਾ ਹੋਏ ਲੋਕਾਂ ਨੂੰ ਭਾਰਤ ਦਾ ਨਾਗਰਿਕ ਮੰਨਿਆ ਜਾਂਦਾ ਹੈ, ਠੀਕ ਹੈ ਜੀ। ਜੇਕਰ ਕਿਉਂ ਮੰਨਿਆ ਜਾਂਦਾ ਵਾ, ਜੇਕਰ ਉਹਨਾਂ ਦੇ ਮਾਤਾ ਪਿਤਾ ਦੋਵੇਂ ਭਾਰਤ ਦੇ ਨਾਗਰਿਕ ਹਨ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਵਿੱਚੋਂ ਇੱਕ, ਠੀਕ ਹੈ ਜੀ, ਭਾਰਤ ਦਾ ਨਾਗਰਿਕ ਆ, ਠੀਕ ਹੈ ਜੀ, ਇੱਕ ਵੀ ਨਾਗਰਿਕ ਆ ਭਾਰਤ ਦਾ, ਤਾਂ ਉਹਨੂੰ ਮਿਲ ਜਾਏਗੀ, ਠੀਕ ਹੈ ਜੀ, ਮੰਨਿਆ ਜਾਏਗਾ। ਨੈਕਸਟ ਆ ਗਿਆ ਤੁਹਾਡਾ ਬਾਈ ਡਿਸੈਂਟ, ਠੀਕ ਹੈ ਜੀ। ਇਹ ਆ ਗਿਆ ਆਪਣਾ ਵੰਸ਼ ਦੇ ਆਧਾਰ 'ਤੇ। ਵੰਸ਼ ਦੇ ਆਧਾਰ 'ਤੇ ਕਿਸ ਤਰ੍ਹਾਂ ਇਹਨਾਂ ਨੇ ਆਪਾਂ ਨੂੰ ਦਿੱਤਾ ਹੋਇਆ 26 ਜਨਵਰੀ 1950 ਤੋਂ 10 ਦਸੰਬਰ 1992 ਤੱਕ ਜਿਹੜਾ ਬੱਚਾ ਵਿਦੇਸ਼ ਵਿੱਚ, ਠੀਕ ਹੈ, ਆਹ ਵਰਡ ਤੁਸੀਂ ਯਾਦ ਕਰਨਾ, ਵਿਦੇਸ਼ 'ਚ ਜਨਮ ਹੋਇਆ ਜਿਹੜੇ ਬੰਦੇ ਦਾ, ਉਹਨੂੰ ਭਾਰਤ ਦੀ ਨਾਗਰਿਕਤਾ ਤਾਂ ਮਿਲੇਗੀ ਜੇ ਪਿਤਾ ਭਾਰਤੀ ਨਾਗਰਿਕ ਹੋਊਗਾ, ਠੀਕ ਹੈ। 92 ਤੱਕ ਇਹ ਰੂਲ ਸੀਗਾ, 10 ਦਸੰਬਰ 1992 ਤੱਕ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਸੋਧ ਹੋਈ ਇਹਦੇ ਵਿੱਚ, ਉਹ ਕਹਿੰਦਾ ਜੀ 10 ਦਸੰਬਰ 1992 ਤੋਂ ਬਾਅਦ ਇਹਦੇ ਵਿੱਚ ਇੱਕ ਸੋਧ ਹੋਈ, ਜਿਹੜੀ ਉਹ ਸੋਧ ਹੋਈ ਸੀ ਉਹ 'ਚੋਂ ਕਹਿੰਦਾ ਮਾਤਾ ਜਾਂ ਪਿਤਾ ਦੋਨਾਂ 'ਚੋਂ ਕੋਈ ਇੱਕ ਵੀ ਭਾਰਤ ਦਾ ਨਾਗਰਿਕ ਹੋਊਗਾ ਤਾਂ ਉਹਨੂੰ ਆਪਾਂ ਨੂੰ ਮਿਲ ਜਾਏਗੀ ਨਾਗਰਿਕਤਾ, ਮਿਲ ਜਾਏਗੀ ਉਸ ਬੰਦੇ ਨੂੰ, ਠੀਕ ਹੈ ਜੀ। ਹੁਣ ਆ ਗਿਆ ਜੀ 3 ਦਸੰਬਰ 2004 ਨੂੰ ਕਿਹੜੀ ਸੋਧ ਹੋਈ ਸੀ, 3 ਦਸੰਬਰ ਜਿਹੜੀ 2004 ਦੇ ਵਿੱਚ ਸੋਧ ਹੋਈ ਸੀ। ਇਹਦੇ ਵਿੱਚ ਉਹ ਕਹਿੰਦੇ ਜੀ ਜਿਹੜੇ 3 ਦਸੰਬਰ ਨੂੰ ਹੋਈ ਸੀ ਸੋਧ, ਇੱਕ ਮਿੰਟ ਜੀ, 3 ਦਸੰਬਰ 2004 ਨੂੰ ਹੋਈ ਸੋਧ ਦੇ ਵਿੱਚ ਜਨਮ ਦੇ ਸਾਲ ਦੇ ਨਾਲ ਸਾਲ ਦੇ, ਮੰਨ ਲਓ ਕਿਸੇ ਬੱਚੇ ਦਾ ਜਨਮ ਹੋਇਆ ਉਹਨੂੰ 1 ਸਾਲ ਦੇ ਅੰਦਰ ਪੰਜੀਕ੍ਰਿਤ ਕਰਵਾਉਣਾ ਪਊਗਾ। ਜੇਕਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਭਾਰਤ ਦੀ ਸਰਕਾਰ ਮਨਜ਼ੂਰੀ ਦੇ ਨਾਲ ਹੀ ਪੰਜੀਕ੍ਰਿਤ ਹੁੰਦਾ ਹੈ, ਠੀਕ ਹੈ ਜੀ। ਸੋ ਜਿਹਦਾ ਜਨਮ ਹੋਇਆ ਵਾ, ਠੀਕ ਹੈ ਜੀ। ਨੈਕਸਟ ਆ ਗਿਆ ਸਾਡਾ ਬਾਏ ਰਜਿਸਟ੍ਰੇਸ਼ਨ। ਰਜਿਸਟ੍ਰੇਸ਼ਨ ਦੇ ਦੁਆਰਾ ਜਿਹੜਾ ਪੰਜੀਕਰਨ ਦੁਆਰਾ ਕਿੱਦਾਂ ਹੁੰਦਾ, ਉਹ ਬੰਦਾ ਭਾਰਤੀ ਮੂਲ ਦਾ ਹੋਵੇ ਅਤੇ ਬਿਨੇ ਪੱਤਰ ਦੇਣ ਤੋਂ ਪਹਿਲਾਂ ਉਹ ਲਗਾਤਾਰ 7 ਸਾਲ ਤੋਂ ਭਾਰਤ 'ਚ ਰਹਿ ਰਿਹਾ ਹੋਵੇ, ਠੀਕ ਹੈ। ਮਤਲਬ ਘੱਟ ਤੋਂ ਘੱਟ ਉਹ 7 ਸਾਲ ਤੋਂ ਭਾਰਤ 'ਚ ਰਹਿੰਦਾ ਹੋਵੇ, ਫਿਰ ਉਹ ਬਿਨੇ ਪੱਤਰ ਦੇ ਸਕਦਾ, ਠੀਕ ਹੈ। ਉਸ ਵਿਅਕਤੀ ਦਾ ਕਿਸੇ ਭਾਰਤੀ ਵਿਅਕਤੀ ਦੇ ਨਾਲ ਵਿਆਹ ਹੋਇਆ ਹੋਵੇ ਤੇ 7 ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ ਬਿਨੇ ਪੱਤਰ ਦੇਣ ਤੋਂ ਪਹਿਲਾਂ, ਠੀਕ ਹੈ ਜੀ। ਇਹ ਵੀ ਹੋ ਗਿਆ। ਨੈਕਸਟ ਆ ਗਿਆ ਸਾਡਾ ਭਾਰਤੀ ਮੂਲ ਦਾ ਨਾਗਰਿਕ ਕਿਸੇ ਵੀ ਵਿਦੇਸ਼ੀ ਮੁਲਕ ਵਿੱਚ ਰਹਿ ਰਿਹਾ ਹੋਵੇ ਪਰ ਉਹ ਮੁਲਕ ਵੰਡ ਤੋਂ ਪਹਿਲਾਂ ਭਾਰਤ ਤੋਂ ਬਾਹਰ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਭਾਰਤੀ ਮੂਲ ਦਾ ਕੋਈ ਵੀ ਨਾਗਰਿਕ ਜਿਹੜਾ ਕਿਸੇ ਫੋਰਨ ਕੰਟਰੀ ਦੇ ਵਿੱਚ ਰਹਿ ਰਿਹਾ ਹੋਵੇ ਪਰ ਉਹ ਮੁਲਕ ਵੰਡ ਤੋਂ ਪਹਿਲਾਂ ਭਾਰਤ ਦਾ ਹੋਣਾ ਚਾਹੀਦਾ, ਉਹਨੂੰ ਵੀ ਮਿਲ ਜਾਏਗੀ, ਠੀਕ ਹੈ ਜੀ। ਜੋ ਉਹ ਵੀ ਸੱਚ ਆਪਣਾ ਪੰਜੀਕਰਨ ਕਰ ਸਕਦਾ। ਰਜਿਸਟ੍ਰੇਸ਼ਨ ਦੱਸਿਆ ਇਹਦੇ ਵਿੱਚ ਆਪਣਾ ਵੀ ਕੌਣ ਰਜਿਸਟ੍ਰੇਸ਼ਨ ਕਰ ਸਕਦਾ। ਨਾਬਾਲਗ ਬੱਚੇ ਜਿਹੜੇ ਹੋ ਗਏ ਜਿਨ੍ਹਾਂ ਦੇ ਮਾਂ-ਬਾਪ ਭਾਰਤੀ ਹੋਣ ਉਹ ਵੀ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ, ਕਿ ਮਾਈਨਰ ਚਾਈਲਡ 18 ਸਾਲ ਤੋਂ ਘੱਟ ਜੋ ਹੁੰਦੇ ਨੇ ਆਪਣੇ, ਉਹ ਵਿਅਕਤੀ ਜਿਨ੍ਹਾਂ ਦੇ ਮਾਂ ਜਾਂ ਬਾਪ ਕਦੇ ਭਾਰਤ ਦੇ ਨਾਗਰਿਕ ਸਨ ਤੇ ਉਹ ਆਪ ਚਾਹਵਾਨ ਵਿਅਕਤੀ ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ, ਉਹ ਵੀ ਹੋ ਸਕਦੇ ਆ, ਠੀਕ ਆ, ਉਹ ਵੀ ਰਜਿਸਟ੍ਰੇਸ਼ਨ ਕਰ ਸਕਦੇ ਆ। ਭਾਰਤੀ ਵਿਦੇਸ਼ੀ ਵਿਅਕਤੀ ਜਿਹੜਾ 5 ਸਾਲ ਤੋਂ ਬਾਹਰ ਰਹਿ ਰਿਹਾ ਹੋਵੇ ਤੇ ਬਿਨੇ ਪੱਤਰ ਦੇਣ ਤੋਂ ਪਹਿਲਾਂ 1 ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ, ਇਹ ਵੀ ਹੋ ਸਕਦਾ ਵਾ, ਠੀਕ ਹੈ। ਹੁਣ ਆ ਗਿਆ ਜੀ ਕੁਦਰਤੀ ਤੌਰ ਦੇ ਉੱਤੇ ਜਿਹੜਾ ਆਪਣੇ ਆਪ ਹੁੰਦਾ ਨੈਚੁਰਲਾਈਜੇਸ਼ਨ ਦੇ ਨਾਲ ਹੁੰਦਾ, ਉਹ ਕਿੱਦਾਂ ਹੁੰਦਾ, ਨਾਟ ਐਨ ਇਨਲੀਗਲ
ਇਮੀਗ੍ਰੇਸ਼ਨ ਗੈਰ ਕਾਨੂੰਨੀ ਪ੍ਰਵਾਸੀ ਨਾ ਹੋਵੇ, ਠੀਕ ਆ, ਕਿਸੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਨਾ ਹੋਇਆ ਹੋਵੇ, ਠੀਕ ਆ, ਉਹ ਦੇਸ਼ ਦਾ ਨਾਗਰਿਕ ਨਾ ਹੋਵੇ, ਉਹ ਦੇਸ਼ ਦਾ ਨਾਗਰਿਕ ਨਾਲ ਜਿੱਥੇ ਭਾਰਤੀ ਮੂਲ ਦੇ ਨਾਗਰਿਕ ਨਾਗਰਿਕਤਾ ਨਾ ਲੈ ਸਕਣ, ਜਿੱਥੇ ਭਾਰਤੀ ਮੂਲ ਦੇ ਨਾਗਰਿਕਤਾ ਨਹੀਂ ਮਿਲਦੀ ਗੀ, ਉਹ ਨਹੀਂ ਲੈ ਸਕਦਾ ਆਪਣੇ ਇੱਥੋਂ, ਠੀਕ ਆ। ਜੇ ਉਹ ਕਿਸੇ ਦੇਸ਼ ਦਾ ਨਾਗਰਿਕ ਹੈ ਤਾਂ ਉਹ ਉੱਥੋਂ ਦੀ ਨਾਗਰਿਕਤਾ ਛੱਡਣ ਦਾ ਹਲਫੀਆ ਬਿਆਨ ਦੇਵੇਗਾ, ਠੀਕ ਹੈ ਜੀ, ਫੇਰ ਮਿਲੇਗੀ। ਜੇ ਉਹ ਭਾਰਤ ਦੇ ਵਿੱਚ ਰਹਿ ਰਿਹਾ ਹੈ ਜਾਂ ਉਹ 12 ਮਹੀਨਿਆਂ ਤੋਂ ਭਾਰਤ ਦੀ ਸਰਕਾਰ ਦੇ ਵਿੱਚ ਕੰਮ ਕਰ ਰਿਹਾ ਹੈ, ਜਾਂ ਦੋਨੋਂ, ਉਹ ਵੀ ਆਪਣਾ ਕਰ ਸਕਦਾ ਵਾ, ਠੀਕ ਹੈ। ਉਹਦਾ ਚਰਿੱਤਰ ਚੰਗਾ ਹੋਣਾ ਚਾਹੀਦਾ, ਉਹਨੂੰ 8ਵੀਂ ਅਨੁਸੂਚੀ ਦੇ ਵਿੱਚ ਕਿਸੇ ਵੀ ਇੱਕ ਭਾਸ਼ਾ ਦਾ ਗਿਆਨ ਹੋਵੇ, ਉਹ ਵੀ ਆਪਣਾ ਕਰ ਸਕਦਾ, ਠੀਕ ਆ। ਭਾਰਤ ਸਰਕਾਰ ਦੀ ਸਾਰੀਆਂ ਸ਼ਰਤਾਂ ਖਤਮ ਕਰ ਸਕਦੀ ਹੈ, ਠੀਕ ਹੈ ਜੀ, ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ, ਜੇਕਰ ਉਸ ਵਿਅਕਤੀ ਦਾ ਵਿਗਿਆਨ, ਫਿਲਾਸਫੀ, ਸਾਹਿਤ, ਕਲਾ, ਵਿਸ਼ਵ ਸ਼ਾਂਤੀ ਵਿੱਚ ਬਹੁਤ ਵੱਡਾ ਯੋਗਦਾਨ ਹੋਵੇ, ਠੀਕ ਆ, ਸਾਇੰਸ, ਫਿਲਾਸਫੀ, ਲਿਟਰੇਚਰ, ਆਰਟ ਅਤੇ ਵਰਲਡ ਪੀਸ ਦੇ ਵਿੱਚ, ਫਿਰ ਇਹ ਭਾਰਤ ਸਰਕਾਰ ਕਰ ਸਕਦੀ ਹੈ, ਠੀਕ ਹੈ ਜੀ। ਅੱਗੇ ਆਪਾਂ ਕਰਾਂਗੇ ਜੀ, ਹਰ ਨਾਗਰਿਕ ਨੂੰ ਸੰਵਿਧਾਨ ਦੇ ਪ੍ਰਤੀ ਵਫਾਦਾਰ ਹੋਣ ਦੀ ਸਹੁੰ ਚੁੱਕਣੀ ਪੈਂਦੀ ਹੈ, ਉਹਨੂੰ ਮਿਲੇਗੀ। ਬਾਹਰਲਾ ਖੇਤਰ ਭਾਰਤ ਵਿੱਚ ਜੁੜਿਆ ਹੋਵੇ, ਹੁਣ ਦੇਖੋ ਜੀ, ਜਦੋਂ ਵੀ ਕੋਈ ਬਾਹਰਲਾ ਖੇਤਰ ਭਾਰਤ ਦਾ ਭਾਗ ਬਣਿਆ ਹੋਵੇ ਤਾਂ ਭਾਰਤੀ ਸਰਕਾਰ ਚੁਣਦੀ ਹੈ ਕਿ ਕਿਹਨੂੰ ਨਾਗਰਿਕਤਾ ਦੇਣੀ ਆ ਤੇ ਕਿਹਨੂੰ ਨਹੀਂ ਦੇਣੀ, ਠੀਕ ਹੈ ਜੀ, ਇਹ ਵੀ ਭਾਰਤੀ ਸਰਕਾਰ ਚੁਣੂਗੀ ਜੇ ਕੋਈ ਹੋਰ ਖੇਤਰ ਨਾਲ ਜੁੜੂਗਾ ਭਾਰਤ ਦੇ, ਠੀਕ ਹੈ ਜੀ। ਹੁਣ ਜੀ ਨਾਗਰਿਕਤਾ ਜੋ ਹੁੰਦੀ ਹੈ, ਇਹਨੂੰ ਖਤਮ ਕਰਨ ਦੇ ਤਰੀਕੇ ਜਾਂ ਛੱਡਣ ਦੇ ਜਾਂ ਖਤਮ ਕਰਨ ਦੇ ਕਿਹੜੇ ਤਰੀਕੇ ਆ? ਪਹਿਲਾਂ ਤਾਂ ਇੱਕ ਜੀ ਬੇਨਤੀ ਪੱਤਰ ਰਾਹੀਂ ਛੱਡ ਸਕਦਾ ਬੰਦਾ, ਕੋਈ ਵੀ ਨਾਗਰਿਕ ਬੇਨਤੀ ਪੱਤਰ ਦੇ ਕੇ ਨਾਗਰਿਕਤਾ ਛੱਡ ਸਕਦਾ ਹੈ, ਪਰ ਇਹ ਬੇਨਤੀ ਪੱਤਰ ਜੰਗ ਦੇ ਸਮੇਂ ਨਾ ਹੋਵੇ, ਠੀਕ ਹੈ ਜੀ। ਬਟ ਜਦੋਂ ਮੰਨ ਲਓ ਜੰਗ ਲੱਗੀ ਹੋਈ ਆ, ਉਸ ਟਾਈਮ ਦੇ ਉੱਤੇ ਨਹੀਂ ਉਹ ਬੇਨਤੀ ਪੱਤਰ ਸਵੀਕਾਰ ਕਰਦੇ, ਠੀਕ ਹੈ ਜੀ। ਜਦੋਂ ਇਹ ਨਾਗਰਿਕਤਾ ਖਤਮ ਹੋਵੇਗੀ ਤਾਂ ਨਾਬਾਲਗ ਬੱਚੇ ਦੀ ਵੀ ਨਾਗਰਿਕਤਾ ਖਤਮ ਹੋ ਜਾਂਦੀ ਹੈ, ਪਰ ਜਦੋਂ ਇਹ ਬੱਚਾ 18 ਸਾਲ ਤੋਂ ਉੱਪਰ ਹੋ ਜਾਂਦਾ ਤਾਂ ਇਹ ਬੱਚਾ ਨਾਗਰਿਕਤਾ ਲੈਣ ਲਈ ਬਿਨਾਂ ਪੱਤਰ ਦੁਬਾਰੇ ਦੇ ਸਕਦਾ, ਇੱਕ ਵਾਰੀ ਖਤਮ ਕਰਵਾਉਣ ਤੋਂ ਬਾਅਦ, ਠੀਕ ਹੈ, 18 ਤੋਂ ਬਾਅਦ ਖਤਮ ਹੋ ਜਾਣੀ। ਟਰਮੀਨੇਸ਼ਨ ਨਾਲ ਕਿੱਦਾਂ ਹੁੰਦੀ ਆ? ਜਦੋਂ ਵੀ ਕੋਈ ਭਾਰਤੀ ਵਿਦੇਸ਼ੀ ਨਾਗਰਿਕਤਾ ਲੈ ਲੈਂਦਾ ਹੈ ਤਾਂ ਉਸਦੀ ਭਾਰਤੀ, ਦੇਖੋ ਜੀ, ਜਦੋਂ ਮੰਨ ਲਓ ਕੋਈ ਵੀ ਬੰਦਾ ਮੰਨ ਲਓ ਕੈਨੇਡਾ ਚਲਾ ਗਿਆ, ਉਹਨੂੰ ਵਿਦੇਸ਼ੀ ਨਾਗਰਿਕਤਾ ਮਿਲ ਗਈ, ਦੈਨ ਉਸ ਬੰਦੇ ਦੀ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਏਗੀ, ਠੀਕ ਹੈ। ਆਪਣੇ ਸਿਰਫ ਸਿੰਗਲ ਸਿਟੀਜ਼ਨਸ਼ਿਪ ਆ, ਆਪਣੇ ਡਿਊ ਸਿਟੀਜ਼ਨਸ਼ਿਪ ਨਹੀਂ ਗੀ, ਠੀਕ ਹੈ ਜੀ। ਸੋ ਆਪਾਂ ਸਿਰਫ ਜਾਂ ਭਾਰਤ ਦੇ ਨਾਗਰਿਕ ਹੋ ਸਕਦੇ ਹਾਂ ਜਾਂ ਕਿਤੋਂ ਦੇ ਹੋਰ ਹੋ ਸਕਦੇ ਹਾਂ ਜਾਂ ਬਾਹਰਲੇ ਕਿਸੇ ਵੀ ਮੁਲਕ ਦੇ ਹੋ ਸਕਦੇ ਹਾਂ, ਠੀਕ ਹੈ। ਤੇ ਜਾਣੀ ਇਹ ਆਪਣੇ ਆਪ ਖਤਮ ਹੋ ਜਾਂਦੀ ਆ, ਬਾਈ ਟਰਮੀਨੇਸ਼ਨ ਖਤਮ ਹੋ ਜਾਂਦੀ ਆ, ਲਾਜ਼ਮੀ ਖਤਮ ਹੋਣੀ। ਸੰਵਿਧਾਨ ਦੇ ਪ੍ਰਤੀ ਵਫਾਦਾਰ ਨਾ ਹੋਵੇ, ਕੋਈ ਬੰਦਾ ਸੰਵਿਧਾਨ ਦੇ ਪ੍ਰਤੀ ਵਫਾਦਾਰ ਨਹੀਂ, ਜੰਗ ਸਮੇਂ ਦੁਸ਼ਮਣ ਦੇਸ਼ ਦੇ ਨਾਲ ਕੋਈ ਵਾਰਤਾਲਾਪ ਰੱਖੇ, ਠੀਕ ਆ, ਉਹ ਬੰਦੇ ਦੀ ਵੀ ਆਪਣੀ ਕਰ ਸਕਦੇ ਆ, ਲਾਜ਼ਮੀ ਤੌਰ 'ਤੇ ਖਤਮ ਕਰਦਾ। ਰਾਜਕ੍ਰਿਤ ਨਾਗਰਿਕਤਾ ਲੈਣ ਲਈ 5 ਸਾਲ ਦੇ ਵਿੱਚ 2 ਸਾਲ ਕਿਸੇ ਵੀ ਮੁਲਕ 'ਚ ਜੇਲ੍ਹ ਕੱਟ ਲਈ ਹੋਵੇ ਜਿਹੜੇ ਬੰਦੇ ਨੇ, ਠੀਕ ਹੈ ਜੀ, ਉਹਨੂੰ ਵੀ ਨਹੀਂ ਮਿਲ ਸਕਦੀ, ਠੀਕ ਹੈ ਜੀ, ਲਾਜ਼ਮੀ ਤੌਰ 'ਤੇ ਖਤਮ ਹੋ ਜਾਏਗੀ। ਲਗਾਤਾਰ 7 ਸਾਲ ਤੋਂ ਕਿਸੇ ਵੀ ਦੇਸ਼ 'ਚ ਰਹਿ ਰਿਹਾ ਹੋਵੇ, ਉਸ ਬੰਦੇ ਦੀ ਵੀ ਨਾਗਰਿਕਤਾ ਖਤਮ ਹੋ ਜਾਂਦੀ ਹੈ, ਠੀਕ ਹੈ ਜੀ। ਇਹ ਇੰਪੋਰਟੈਂਟ ਪੁਆਇੰਟ ਸੀ। ਹੁਣ ਦੇਖੋ ਜੀ ਐਂਡ ਕਿੱਦਾਂ, ਆਪਣੇ ਆਪ ਐਂਡ ਕਿੱਦਾਂ ਹੁੰਦੀ ਹੈ? ਦੇਖੋ ਜੀ, ਲੰਬੀ ਗੈਰ ਹਾਜ਼ਰੀ, ਜਦੋਂ ਕੋਈ ਵਿਅਕਤੀ ਆਪਣੇ ਦੇਸ਼ ਤੋਂ ਬਹੁਤ ਲੰਬੇ ਸਮੇਂ ਲਈ ਗੈਰ ਹਾਜ਼ਰ ਰਿਹਾ ਹੋਵੇ ਅਤੇ ਦੂਸਰੇ ਦੇਸ਼ ਵਿੱਚ ਲੰਬੇ ਸਮੇਂ ਲਈ ਨਿਵਾਸ ਕਰਨ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਵਾ, ਕੋਈ ਬੰਦਾ ਜ਼ਿਆਦਾ ਟਾਈਮ ਉੱਥੇ ਰਹਿੰਦਾ ਵਾ ਤਾਂ ਉਹਨੂੰ ਉੱਥੋਂ ਦੀ ਨਾਗਰਿਕਤਾ ਮਿਲਦੀ ਆ, ਤਾਂ ਉਸਦੀ ਪਹਿਲੇ ਦੇਸ਼ ਦੀ ਨਾਗਰਿਕਤਾ ਆਪਣੇ ਆਪ ਖਤਮ ਹੋ ਜਾਂਦੀ ਹੈ, ਠੀਕ ਹੈ ਜੀ। ਦੋਹਰੀ ਨਾਗਰਿਕਤਾ, ਵੱਖ-ਵੱਖ ਦੇਸ਼ਾਂ ਵਿੱਚ ਨਾਗਰਿਕਤਾ ਲਈ ਭੂਮੀ ਸੰਧਾਤ ਜਾਂ ਜਨਮ ਸੰਧਾਤ ਪ੍ਰਚਲਿਤ ਹੋਣ ਕਾਰਨ ਕਿਸੇ ਬੱਚੇ ਦੀ ਦੋਹਰੀ ਨਾਗਰਿਕਤਾ ਤਾਂ ਹੋ ਜਾਂਦੀ ਹੈ। ਅਜਿਹੀ ਹਾਲਤ ਵਿੱਚ ਉਹ ਬੱਚਾ ਵੱਡਾ ਹੋ ਕੇ ਆਪਣੀ ਇੱਛਾ ਅਨੁਸਾਰ ਕਿਸੇ ਇੱਕ ਦੇਸ਼ ਦੀ ਨਾਗਰਿਕਤਾ ਸਮਾਪਤ ਕਰ ਲੈਂਦਾ ਹੈ ਅਤੇ ਕਿਸੇ ਇੱਕ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ, ਠੀਕ ਹੈ। ਇਹ ਵੱਖ-ਵੱਖ ਦੇਸ਼ਾਂ ਦਾ ਦਿੱਤਾ ਹੋਇਆ, ਠੀਕ ਹੈ। ਡਿਊ ਸਿਟੀਜ਼ਨਸ਼ਿਪ, ਦੇਸ਼ ਧਰੋਹ ਅਤੇ ਫੌਜੀ ਭਗੌੜੇ, ਇਹਨਾਂ ਨੂੰ ਨਾਗਰਿਕਤਾ ਤੋਂ ਵਾਂਝਾ ਰੱਖਿਆ ਜਾਂਦਾ ਹੈ, ਠੀਕ ਹੈ ਜੀ। ਜਿਹੜੇ ਬੰਦੇ ਨੇ ਦੇਸ਼ ਧਰੋਹ ਕੀਤਾ ਵਾ ਜਾਂ ਫੌਜ ਤੋਂ ਭਗੌੜਾ, ਉਹ ਬੰਦੇ ਨੂੰ ਨਾਗਰਿਕਤਾ ਤੋਂ ਕੀਤਾ ਜਾਂਦਾ। ਸਵੈ ਤਿਆਗ ਦੁਆਰਾ, ਕਈ ਦੇਸ਼ਾਂ ਵਿੱਚ ਨਾਗਰਿਕ ਆਪਣੀ ਇੱਛਾ ਅਨੁਸਾਰ ਨਾਗਰਿਕਤਾ ਦਾ ਤਿਆਗ ਕਰ ਸਕਦਾ ਹੈ, ਕਈ ਦੇਸ਼ਾਂ ਦੇ ਵਿੱਚ, ਠੀਕ ਹੈ ਜੀ। ਸੋ ਇਹਦੇ ਵਿੱਚ ਸਾਰਾ ਡਿਟੇਲ ਦਿੱਤਾ ਹੋਇਆ, ਸਿਰਫ ਇੰਡੀਆ ਦੀ ਗੱਲ ਨਹੀਂ ਹੋ ਰਹੀ ਇਹਦੇ ਵਿੱਚ। ਹੁਣ ਆਪਾਂ ਜੀ MCQ ਕਰਾਂਗੇ, ਕੁਛ MCQ ਆਪਾਂ ਲੈ ਕੇ ਆਏ ਹਾਂ। ਵੈਸੇ ਆਪਣੇ ਜਿਹੜੇ ਡਿਟੇਲ ਦੇ ਵਿੱਚ ਜੋ ਵੀ MCQ ਇਹਨਾਂ ਦੇ ਵਿੱਚ ਬਣ ਗਏ ਟੌਪਿਕ ਵਾਈਜ਼, ਇਸ ਤੋਂ ਬਾਅਦ ਆਪਾਂ MCQ ਕਰਾਂਗੇ ਪ੍ਰੀਵੀਅਸ ਈਅਰ 10 ਸਾਲਾਂ ਦੇ, ਜੋ ਆਪਣੇ ਪੰਜਾਬ ਦੇ ਪੇਪਰ ਦੇ ਵਿੱਚ ਜਾਂ ਕਿਸੇ ਵੀ ਪੇਪਰ ਦੇ ਵਿੱਚ ਰਿਪੀਟ ਹੋਏ ਨੇ, ਠੀਕ ਹੈ ਜੀ। ਸੋ ਫਿਰ ਵੀ ਆਪਾਂ ਇਸ ਟੌਪਿਕ ਦੇ ਨਾਲੋਂ 10-12 ਕੁਐਸਚਨ ਲੈ ਕੇ ਆਏ ਹਾਂ, ਸੋ ਜ਼ਰੂਰ ਕਰਨੇ ਆ ਤੁਸੀਂ। ਭਾਰਤੀ ਨਾਗਰਿਕਤਾ ਗਾਉਣ ਦੇ ਤਰੀਕੇ ਦੱਸੋ ਕਿਹੜੇ-ਕਿਹੜੇ ਨੇ, ਠੀਕ ਹੈ। ਖਤਮ ਕਰਨ ਦੇ, ਤਿਆਗਣਾ, ਸਮਾਪਤੀ, ਵੰਚਿਤ, ਲਾਜ਼ਮੀ ਹੋਣਾ, ਠੀਕ ਹੈ, ਆਪਣੇ ਆਪ ਜਾਣੀ ਲਾਜ਼ਮੀ ਖਤਮ ਹੋਣਾ। ਸੋ ਇਹ ਆਪਾਂ ਹੁਣੇ ਕੀਤਾ, ਇਹ ਸਾਰੇ ਆ C ਇਹਦਾ ਆਨਸਰ ਬਣ ਜਾਏਗਾ, ਆਲ ਆਫ ਅਬਵ। ਭਾਰਤੀ ਨਾਗਰਿਕ ਬਣਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਨਹੀਂ ਗੀ? ਬਾਈ ਜਨਮ, ਬਿਲਕੁਲ ਜੀ, ਬਾਈ ਜਨਮ ਆਪਣੀ ਭਾਰਤੀ ਨਾਗਰਿਕਤਾ ਹੋ ਜਾਂਦੀ ਆ। ਉੱਤਰਾਧਿਕਾਰੀ ਡਿਸੈਂਟ, ਕਿਸੇ ਦੇ ਮਾਂ-ਬਾਪ ਉਹ ਨੇ ਇੱਥੇ ਜਨਮ ਹੋਇਆ ਵਾ, ਉਹ ਵੀ ਲੈ ਸਕਦਾ ਵਾ। ਨੈਚੁਰਲਾਈਜੇਸ਼ਨ ਨਾਲ ਵੀ ਹੋ ਜਾਂਦੀ ਆ, ਬਿਲਕੁਲ ਜੀ। ਬਟ ਜੇ ਕਿਸੇ ਬੰਦੇ ਨੇ ਆ ਕੇ, ਕੋਈ ਬਾਹਰਲਾ ਬੰਦਾ ਇੱਥੇ ਆ ਕੇ ਆਪਣੇ ਪ੍ਰੋਪਰਟੀ ਲੈਂਦਾ ਵਾ, ਉਹ ਬੰਦੇ ਦਾ ਮਤਲਬ ਇਹ ਨਹੀਂ ਗਾ ਵੀ ਉਸ ਬੰਦੇ ਨੂੰ ਨਾਗਰਿਕਤਾ ਮਿਲ ਜੂਗੀ, ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਸ਼ਰਤਾਂ ਨਿਰਧਾਰਿਤ ਕਰਨ ਦੇ ਸਮਰੱਥ ਕਿਹੜਾ ਵਾ, ਠੀਕ ਹੈ ਜੀ। ਸੰਸਦ ਕਰਦੀ ਆ, ਸਟੇਟ ਲੈਜਿਸਲੇਚਰ ਕਰਦੀ ਆ, ਪ੍ਰੈਜ਼ੀਡੈਂਟ ਕਰਦਾ ਜਾਂ ਭਾਰਤ ਦਾ ਗ੍ਰਹਿ ਮੰਤਰੀ ਕਰਦਾ? ਇਹ ਜੀ ਸੰਸਦ ਕਰਦੀ ਆ। ਆਪਾਂ ਪੜ੍ਹਿਆ ਹੋਇਆ ਕਿ ਸੰਸਦ ਕੋਲੇ ਰਾਈਟ ਆ ਇਹਦਾ, ਆਰਟੀਕਲ 11 ਦੇ ਵਿੱਚ, ਠੀਕ ਹੈ ਜੀ। ਜਦੋਂ ਇੱਕ ਵਿਅਕਤੀ ਨੇ ਭਾਰਤ ਵਿੱਚ ਆਪਣੀ ਨਾਗਰਿਕਤਾ ਗਵਾ ਦਿੰਦਾ ਹੈ, ਜਦੋਂ ਕੋਈ ਵੀ ਵਿਅਕਤੀ ਕਦੋਂ ਗਵਾਉਂਦਾ ਹੈ? ਜਦੋਂ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ, ਬਿਲਕੁਲ ਜੀ। ਜਦੋਂ ਉਹਨੂੰ ਵਿਦੇਸ਼ੀ ਨਾਗਰਿਕਤਾ ਮਿਲ ਗਈ ਤਾਂ ਬਿਲਕੁਲ ਆ ਜੀ, ਸਿੰਗਲ ਸਿਟੀਜ਼ਨਸ਼ਿਪ ਆਪਣੇ ਇੱਥੇ ਦੀ ਆਪਣੇ ਆਪ ਖਤਮ ਹੋ ਜਾਏਗੀ, ਠੀਕ ਆ। ਜਦੋਂ ਨਾਗਰਿਕਤਾ ਤਿਆਗਦਾ ਹੈ, ਜਦੋਂ ਮਤਲਬ ਆਪਣੇ ਆਪ ਤਿਆਗਦੇ ਹੈ, ਜਦੋਂ ਸਰਕਾਰ ਕਿਸੇ ਕਾਰਨ ਕਰਕੇ ਨਾਗਰਿਕਤਾ ਉਹਦੀ ਖਤਮ ਕਰ ਦੇਵੇ, ਠੀਕ ਹੈ ਜੀ। ਸੋ ਉਹ ਹੋ ਗਿਆ, ਸੋ ਇਹਦਾ ਆਪਣਾ D ਆਨਸਰ ਬਣ ਜਾਏਗਾ, ਇਹਦੇ ਨਾਲ ਆਪਣੀ ਗਵਾ ਸਕਦਾ ਵਾ।
ਕੁਐਸਚਨ ਨੰਬਰ ਭਾਰਤ ਦੇ ਸੰਵਿਧਾਨ ਵਿੱਚ ਆਰਟੀਕਲ 5 ਤੋਂ 11 ਦੇਖੋ ਜੀ ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ ਵਾ ਲੱਗਦਾ ਇਹ ਸਿੰਪਲ ਕੁਐਸਚਨ ਆ ਬਟ ਅਗਰ ਤੁਸੀਂ ਪੜ੍ਹਿਆ ਹੋਇਆ ਵਾ ਉਹ ਤਾਂ ਤੁਹਾਨੂੰ 1 ਮਿੰਟ ਦੇ ਵਿੱਚ ਤੁਸੀਂ ਕਰ ਹੀ ਦੇਣਾ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਆ ਪਾਰਟ 2 ਦੇ ਵਿੱਚ ਇਹ ਆਪਣੇ ਸੰਵਿਧਾਨ ਦੇ ਵਿੱਚ ਦਰਜ ਆ ਭਾਰਤੀ ਸੰਵਿਧਾਨ ਦੇ ਹੇਠਲੇ ਵਿੱਚੋਂ ਕਿਹੜਾ ਹਿੱਸਾ ਨਾਗਰਿਕਤਾ ਨਾਲ ਸੰਬੰਧਿਤ ਠੀਕ ਹੈ ਜੀ ਇਹ ਤਾਂ ਆਪਾਂ ਕਰ ਹੀ ਲਿਆ ਕਿ ਭਾਗ ਦੂਜਾ ਪਾਰਟ 2 ਦੇ ਵਿੱਚ ਆਰਟੀਕਲ 5 ਤੋਂ 11 ਤੱਕ ਨਾਗਰਿਕਤਾ ਨਾਲ ਸੰਬੰਧ ਕਰਦੇ ਆ ਠੀਕ ਹੈ ਜੀ ਇਹ ਤੁਹਾਨੂੰ ਯਾਦ ਹੋ ਜਾਣਗੇ ਕੋਈ ਵੱਡੀ ਗੱਲ ਨਹੀਂ ਗੀ ਜੋ ਤੁਸੀਂ ਲਗਾਤਾਰ ਕਰੋਗੇ ਤਾਂ ਇਹਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਇਦਾਂ ਦੇ ਤਾਂ ਸਿੰਪਲ ਕੁਐਸਚਨ ਤੁਹਾਨੂੰ ਨੀਂਦ ਦੇ ਵਿੱਚ ਵੀ ਯਾਦ ਹੋ ਜਾਣਗੇ ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਜੀ ਫਸਟ ਸਿਟੀਜ਼ਨ ਕੌਣ ਆ ਅੱਗੇ ਆਪਾਂ ਸਾਰੇ ਟੌਪਿਕ ਇਹ ਪੂਰੇ ਕਰਾਂਗੇ ਠੀਕ ਹੈ ਜੀ ਪ੍ਰੈਜ਼ੀਡੈਂਟ ਆਪਣੇ ਭਾਰਤ ਦਾ ਪਹਿਲਾ ਨਾਗਰਿਕ ਆ ਠੀਕ ਹੈ ਜੀ ਇਹ ਲਿਖਿਆ ਹੋਇਆ ਆਪਣਾ ਉਹ ਸਾਰਾ ਆਪਾਂ ਚੰਗੀ ਤਰ੍ਹਾਂ ਪ੍ਰੈਜ਼ੀਡੈਂਟ ਦਾ ਟੌਪਿਕ ਵੀ ਆਪਾਂ ਪੂਰਾ ਡਿਟੇਲ ਦੇ ਵਿੱਚ ਕਰਾਂਗੇ ਕਿਉਂਕਿ ਇਹਨਾਂ ਦੇ ਵਿੱਚੋਂ ਕੁਐਸਚਨ ਬਣਦੇ ਆ ਜੋ ਬਣਦੇ ਆ ਹੁਣ ਉਹ ਕਹਿੰਦੇ ਜੀ ਭਾਰਤੀ ਨਾਗਰਿਕਤਾ ਦੀ ਪ੍ਰਾਪਤੀ ਅਤੇ ਸਮਾਪਤੀ ਸੰਬੰਧੀ ਵਿਸਤ੍ਰਿਤ ਵਿਵਸਥਾਵਾਂ ਨਾਗਰਿਕਤਾ ਕਾਨੂੰਨ ਵਿੱਚ ਸ਼ਾਮਲ ਹਨ ਜੋ ਪਾਸ ਕੀਤਾ ਗਿਆ ਠੀਕ ਹੈ ਜੋ ਭਾਰਤ ਦੀ ਇਹਨੂੰ ਸਿੰਪਲ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਿ ਨਾਗਰਿਕਤਾ ਦੀ ਪ੍ਰਾਪਤੀ ਜਾਂ ਸਮਾਪਤੀ ਲਈ ਕਿਹੜਾ ਜੋ ਲਾਅ ਬਣਿਆ ਸੀ ਕਿਹਦੇ ਵਿੱਚ ਇੰਡੀਅਨ ਪਾਰਲੀਮੈਂਟ ਇਨ 1955 ਦੇ ਵਿੱਚ ਰਾਈਟ ਬਣਿਆ ਸੀ ਠੀਕ ਹੈ ਸਿਟੀਜ਼ਨਸ਼ਿਪ ਐਕਟ 1955 'ਚ ਠੀਕ ਹੈ ਹਰੇਕ ਵਿਅਕਤੀ ਭਾਰਤ ਦਾ ਨਾਗਰਿਕ ਹੋਵੇਗਾ ਜੋ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਇਆ ਹੈ ਅਤੇ ਉਦੋਂ ਤੋਂ ਮੂਲ ਰੂਪ ਵਿੱਚ ਭਾਰਤ ਵਿੱਚ ਰਹਿ ਰਿਹਾ ਹੈ ਠੀਕ ਹੈ ਜੀ ਇਹਦਾ ਆਪਣਾ ਆਨਸਰ ਆ ਜਾਏਗਾ 19 ਜੁਲਾਈ 1948 ਇਹ ਆਪਣਾ ਬਿਲਕੁਲ ਸਹੀ ਆਨਸਰ ਚਲਾ ਜਾਵੇਗਾ ਦੇਖੋ ਜੀ ਹੁਣ ਆਪਣੀ ਇਹ ਕਲਾਸ ਖਤਮ ਹੋ ਗਈ ਆ 6 ਨੰਬਰ ਕਲਾਸ ਆਪਣੀ ਖਤਮ ਹੋ ਗਈ ਆ ਤੇ ਨੈਕਸਟ ਆਪਣੀ 7 ਨੰਬਰ ਕਲਾਸ ਆਪਾਂ ਲੈ ਕੇ ਆਵਾਂਗੇ ਫੰਡਾਮੈਂਟਲ ਰਾਈਟਸ ਆਰਟੀਕਲ 12 ਤੋਂ ਲੈ ਕੇ 35 ਤੱਕ ਇਹ ਮੋਸਟ ਇੰਪੋਰਟੈਂਟ ਆ ਠੀਕ ਹੈ ਜੀ ਇਹ ਕੋਈ ਵੀ ਤੁਸੀਂ ਕੁਐਸਚਨ ਕੋਈ ਵੀ ਪੇਪਰ ਚੱਕ ਕੇ ਦੇਖ ਲਓ ਫੰਡਾਮੈਂਟਲ ਰਾਈਟ 12 ਤੋਂ ਲੈ ਕੇ 35 ਤੱਕ ਤੁਹਾਡੇ ਪੂਰੇ ਦੇ ਪੂਰੇ ਤੁਹਾਡੇ ਮਾਈਂਡ ਦੇ ਵਿੱਚ ਹੋਣੇ ਚਾਹੀਦੇ ਆ ਕਿ ਕਿਹੜਾ ਆਰਟੀਕਲ ਕਿਹਦੇ ਨਾਲ ਸੰਬੰਧਿਤ ਆ ਹਰੇਕ ਪੇਪਰ ਦੇ ਵਿੱਚ ਇੱਕ ਤੋਂ ਦੋ ਇੱਕ ਕੁਐਸਚਨ ਦਾ ਪੱਕਾ ਬਣੇਗਾ ਸੋ ਆਪਾਂ ਇਹਨੂੰ ਡਿਟੇਲ ਦੇ ਵਿੱਚ ਚਾਹੇ ਆਪਾਂ ਨੂੰ 2 ਵੀਡੀਓਜ਼ ਦੇ ਵਿੱਚ ਕਰਨੇ ਪੈ ਜਾਣ ਸੋ ਇਹਨਾਂ ਆਪਾਂ ਕਰਾਂਗੇ ਇਦਾਂ ਕਰਾਂਗੇ ਆਪਾਂ ਇੱਕ ਦੇ ਵਿੱਚ ਇਹਨੂੰ ਸਾਰੇ ਦੇ ਆਪਾਂ ਥਿਊਰੀ ਪੜ੍ਹ ਲਾਂਗੇ ਇੱਕ ਦੇ ਵਿੱਚ ਜੋ ਇਹਦੇ ਇੰਪੋਰਟੈਂਟ MCQ ਨੇ ਉਹ ਕਰ ਲਾਂਗੇ ਠੀਕ ਆ ਇਹ ਮੋਸਟ ਇੰਪੋਰਟੈਂਟ ਟੌਪਿਕ ਆਪਣਾ ਠੀਕ ਆ ਜੀ ਵੈਸੇ ਹੁਣ ਆਪਾਂ ਜਿੰਨੇ ਵੀ ਟੌਪਿਕ ਕਰਾਂਗੇ ਉਹ ਸਾਰੇ ਹੀ ਇੰਪੋਰਟੈਂਟ ਨੇ ਕੋਈ ਵੀ ਆਪਣਾ ਬੇਫਾਲਤੂ ਦਾ ਟੌਪਿਕ ਨਹੀਂਗਾ ਸੋ ਤੁਸੀਂ ਚੰਗੀ ਤਰ੍ਹਾਂ ਕਰਨਾ ਵਾ ਸੋ ਪੇਪਰ ਕਿਸੇ ਵੀ ਟਾਈਮ ਅਨਾਉਂਸ ਹੋ ਸਕਦੇ ਨੇ ਜੋ PPSC ਦੇ ਵੀ ਨਹੀਂ ਹੁਣ ਆਪਾਂ ਜਿਹੜੀ ਇਹ ਪੋਲਿਟੀ ਜਾਂ ਹਿਸਟਰੀ ਜੋ ਆਪਾਂ ਕਰ ਰਹੇ ਹਾਂ ਨਾ ਪੰਜਾਬੀ ਇੰਗਲਿਸ਼ 'ਚ ਇਹ ਤੁਹਾਨੂੰ PPSC ਲਈ ਵੀ ਫਾਇਦਾ ਮਿਲੇਗਾ ਕਿਉਂਕਿ ਹੁਣ ਆਪਾਂ ਪੰਜਾਬੀ ਵੀ ਕਰਤੀ ਹੋਈ ਆ ਤੇ ਇੰਗਲਿਸ਼ ਵੀ ਕਰਤੀ ਹੋਈ ਆ ਠੀਕ ਆ ਸੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਰ ਨਹੀਂ ਕੀਤਾ ਠੀਕ ਆ ਜੀ ਸੋ PDF ਲਈ ਤੁਸੀਂ ਆਪਣਾ ਜਿਹੜਾ ਆਪਣਾ ਚੈਨਲ ਆ ਠੀਕ ਆ ਜੀ GK Academy Punjab T.me ਸੋ ਇਹ ਲਿੰਕ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਮਿਲ ਜਾਏਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਏਗਾ ਸੋ ਤੁਸੀਂ ਇਹਨੂੰ ਆਪਣੇ ਚੈਨਲ ਨੂੰ ਜੁਆਇਨ ਕਰਨਾ ਨਾ ਸੋ ਕੁਝ ਸਮੇਂ ਤੱਕ ਆਪਾਂ ਸਾਰੀਆਂ PDF ਪਾ ਦਾਂਗੇ ਸੋ ਇੱਕ ਗੱਲ ਹੋਰ ਜਦੋਂ ਵੀ ਤੁਹਾਡਾ ਇਹ ਕੋਰਸ ਖਤਮ ਹੋ ਜਾਏਗਾ ਨਾ ਜਦੋਂ ਇਹ ਮਤਲਬ ਪੋਲਿਟੀ ਖਤਮ ਹੋ ਗਈ ਜਾਂ ਹਿਸਟਰੀ ਖਤਮ ਹੋ ਗਈ ਜੋ ਵੀ ਹੋ ਸਾਰੀਆਂ ਜੋ ਵੀ ਇਹ PDF ਆ ਨਾ ਇਹਨੂੰ ਕੰਬਾਈਨ ਕਰਕੇ ਆਪਾਂ ਇੱਕ ਸਿੰਗਲ PDF ਦੇ ਵਿੱਚ ਕਨਵਰਟ ਕਰ ਦਾਂਗੇ ਸੋ ਤੁਹਾਡੇ ਲਈ ਈਜ਼ੀ ਹੋਊਗਾ ਬਟ ਹੁਣ ਵੀ ਤੁਸੀਂ ਇੱਕ ਵਾਰੀ ਤੁਸੀਂ ਵੀਡੀਓ ਦੇਖ ਕੇ PDF ਜ਼ਰੂਰ ਰੀਡ ਕਰਨੀ ਹੈ ਤਾਂ ਹੀ ਤੁਹਾਡੇ ਦਿਮਾਗ ਦੇ ਵਿੱਚ ਰਹੇਗਾ ਠੀਕ ਹੈ ਜੀ ਸੋ ਠੀਕ ਹੈ ਜੀ ਧੰਨਵਾਦ